ਵਾਹਿ ਗੁਰੂ 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 गुरु जी की साजी नवाजी गुरु रूप गुरु प्यारी साध संगत जी वाहिगुरु जी का खालसा वाहिगुरु जी की फतेह। गुरमुख प्यारिओ जो आपां गुरबाणी गुरु विच गुरु साहिबानां ने भगतां ने संतां ने साधुआं ने गुरसिखां ने सतगुरु गुरु नानक पातशाह ने उपदेश बख्शिश की है सानू समझाउंदे बई जो परमात्मा का नाम है मालक दे मुख दी आवाज़ वो नाम ही कहंदे साडी सत संगत है जिहड़ी सानू अत दी प्यारी नाम ही हरि दा साडी कुल है इहो साडा कहंदे परिवार जिहड़ा हर नाम है परमात्मा सतगुरु फरमाउंदे हर नाम हमारी संगत अत प्यारी हर नाम कुल हर नाम परिवार भी साडी कुल भी नाम ते साडा परिवार भी नाम हरि साडी जिहड़ी संगत वो संगत भी नाम जिहड़ी साडे मन नूं कहंदे अत दी प्यारी लगदी। हुण इस मार्ग दे उत्ते जदों असीं चलदे परमात्मा नूं मिलापदे इस रास्ते ते चलते हुए फिर जिहड़ा नाम है वो साडा इहदे विच सज्जन हुंदा नाम ही साडी सत संगत नाम ही कुल कहंदे नाम ही साडा परिवार नाम ही साडा संगी साथी नाम ही साडा रिश्तेदार जिन्हें अंत समय साडे नाल सहाई होण महाराज फरमाउंदे नाओ मेरा बंधप नाओ मेरा भाई नाओ मेरे संग अंत हुई सहाई
ਵੀ ਇਹ ਨਾਮ ਹੀ ਸਾਡਾ ਸਾਰਾ ਕੁਛ। ਗੁਰਮੁਖਾਂ ਨੇ ਆਖੀ ਇਹਨੂੰ ਹੀ ਸੱਜਣ ਕਹਿ ਦਿੱਤਾ ਵੀ ਜਿਹੜਾ ਸੱਜਣ ਇਥੋਂ ਸਾਡੇ ਚੱਲਦਿਆਂ ਦੇ ਨਾਲ ਚੱਲਦਾ, ਜਿੱਥੇ ਸਾਡੇ ਮਨ ਤੋਂ ਹਿਸਾਬ ਲਿਆ ਜਾਂਦਾ ਸਵਾਸਾਂ ਦਾ, ਇਹ ਸੱਜਣ ਉੱਥੇ ਵੀ ਖੜਾ ਹੁੰਦਾ ਨਾਲ। ਇਹ ਸੱਜਣ ਉੱਥੇ ਵੀ ਸਾਨੂੰ ਇਕੱਲਿਆਂ ਨੂੰ ਨਹੀਂ ਛੱਡਦਾ। ਮਹਾਰਾਜ ਫਰਮਾਉਂਦੇ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਵੀ ਸਾਡਾ ਸੱਜਣ ਹੈ ਜਿਹੜਾ ਉਹ ਸ਼ਬਦ ਨਾਮ ਜਿਹੜਾ ਸਾਡੇ ਨਾਲ ਚੱਲਦਿਆਂ ਦੇ ਨਾਲ ਚੱਲਦਾ। ਹੁਣ ਗੁਰਮੁਖਾਂ ਨੇ ਫਿਰ ਸਾਰਾ ਕੁਛ ਆਪਣੇ ਵਾਸਤੇ ਨਾਮ ਨੂੰ ਬਣਾ ਲਿਆ। ਉਹਨਾਂ ਨੇ ਆਖਿਆ ਵੀ ਸਾਡੇ ਵਾਸਤੇ ਹਰੀ ਦਾ ਨਾਮ ਹੀ ਭੋਜਨ ਹੈ, 36 ਪ੍ਰਕਾਰ ਦਾ, ਜਿਹਨੂੰ ਛਕਣ ਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਹੋ ਜਾਂਦੀ, ਸਾਡਾ ਮਨ ਰੱਜ ਜਾਂਦਾ। ਮਹਾਰਾਜ ਫਰਮਾਉਂਦੇ ਹਰ ਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਪਈ। ਬਈ ਪਰਮਾਤਮਾ ਦਾ ਨਾਮ ਹੀ ਸਾਡੇ ਵਾਸਤੇ ਉਹ ਕਹਿੰਦੇ 36 ਪ੍ਰਕਾਰ ਦਾ ਭੋਜਨ ਹੈ, ਜਿਹਨੂੰ ਛਕਣ ਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਹੋ ਜਾਂਦੀ। ਪਰਮਾਤਮਾ ਦਾ ਨਾਮ ਹੀ ਸਾਡੇ ਵਾਸਤੇ ਉਹ ਕਹਿੰਦੇ ਪਹਿਨਣਾ ਕੱਪੜਾ, ਜਿਹੜਾ ਪਹਿਨਣ ਦੇ ਨਾਲ ਸਾਨੂੰ ਹੋਰ ਪਹਿਨਣ ਦੀ ਕੋਈ ਜਿਹੜੀ ਇੱਧਰ ਸੰਸਾਰ ਦੇ ਵਿੱਚ ਆਸਾ ਨਹੀਂ ਰਹਿੰਦੀ। ਫਿਰ ਇਹੀਓ ਸਾਡੇ ਮਨ ਵਾਸਤੇ ਕੱਪੜਾ ਜਿਹੜਾ ਪਹਿਨ ਕੇ ਸਾਡੇ ਮਨ ਨੂੰ ਫਿਰ ਨੰਗਾ ਨਹੀਂ ਹੋਣਾ ਪੈਂਦਾ, ਫਿਰ ਇਹਨੂੰ ਬੇਇੱਜ਼ਤ ਬੇਪੱਤ ਨਹੀਂ ਕੀਤਾ ਜਾਂਦਾ। ਮਹਾਰਾਜ ਫਰਮਾਉਂਦੇ ਹਰ ਨਾਮ ਹਮਾਰਾ ਪਹਿਨਣ, ਜੇ ਤੇ ਫਿਰ ਨੰਗੇ ਨਾ ਹੋ ਗਈ ਹੋਰ ਪਹਿਨਣ ਕੀ ਹਮਰੀ ਸਰਦ ਗਈ। ਬਈ ਗੁਰਮੁਖਾਂ ਦਾ ਜਿਹੜਾ ਪਹਿਨਣਾ ਉਹ ਪਹਿਨਣਾ ਵੀ ਨਾਮ, ਜਿਹੜਾ ਭੋਜਨ ਭੋਜਨ ਵੀ ਨਾਮ। ਫਿਰ ਗੁਰਮੁਖਾਂ ਦਾ ਜਿਹੜਾ ਕਾਰੋਬਾਰ, ਜੋ ਵਣਜ ਕਰਦੇ, ਜੋ ਵਪਾਰ ਕਰਦੇ, ਉਹ ਵੀ ਨਾਮ ਦਾ ਕਰਦੇ। ਮਹਾਰਾਜ ਕਹਿੰਦੇ ਹਰ ਨਾਮ ਹਮਾਰਾ ਵਣਜ, ਹਰ ਨਾਮ ਵਪਾਰ, हर नामे की सतगुर हमको कार कुन्नी दी, हर नामे का हम लेखा लिखिया, सब जम की अगली कान गई। बई गुरमुखां दा सारा कुछ वो कहते नाम ही है सच। भी साडा भोजन भी नाम, साडा पहिनना भी नाम, साडा वणज वपार वो भी नाम, साडी जिहड़ी संगत जो अत दी प्यारी वो भी नाम। फिर जिहड़ी साडी कुल कहंदे कुल भी नाम, ते साडा जिहड़ा परिवार वो परिवार भी नाम। सारा कुछ ही गुरमुखां ने नाम नूं बना लिया, उन्होंने नाम नूं अपना आधार बना लिया, आसरा। ते जिहड़ा अपना आसरा होवे ते उहिओ सारा कुछ अपने वास्ते हुंदा। जिवें संसार दे विच आपां कहने आ ना भी जीव कहंदा भी आ मेरा आसरा है, साडे धीआं पुत्तर साडे आसरे ने। हुण गुरमुख कहंदे साडा आसरा जिहड़ा वो नाम है। जिन्हां ने फिर नाम नूं अपना आधार आसरा बना लिया, ਉਹ ਮਨ ਦੀਆਂ ਜਿਹੜੀਆਂ ਭੁੱਖਾਂ, ਉਹਦੀਆਂ ਤ੍ਰਿਸ਼ਨਾਵਾਂ, ਉਹ ਸਭ ਮੁੱਕ ਜਾਂਦੀਆਂ, ਸਭ ਖਤਮ ਹੋ ਜਾਂਦੀ। ਮਹਾਰਾਜ ਤਾਈਓ ਫਰਮਾਉਂਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਿਨ੍ਹਾਂ ਨੇ ਨਾਮ ਨੂੰ ਆਪਣਾ ਆਧਾਰ ਬਣਾ ਲਿਆ, ਉਹਨਾਂ ਦੇ ਮਨ ਦੀ ਭੁੱਖ ਖਤਮ ਹੋ ਗਈ। ਤੇ ਨਾਮ ਨੂੰ ਹੀ ਆਖਿਆ। ਉਹ ਕਹਿੰਦੇ ਵੀ ਜਿਵੇਂ ਇੱਕ ਅੰਨਾ ਜੀਵ ਹੁੰਦਾ,
ਉਹਨੂੰ ਆਸਰਾ ਹੁੰਦਾ ਸੋਟੀ ਦਾ, ਡੰਗੋਰੀ ਦਾ। ਹੁਣ ਗੁਰਮੁਖਾਂ ਨੇ ਆਖਿਆ ਵੀ ਸਾਡੇ ਮਨ ਨੂੰ ਵੀ ਜਿਹੜਾ ਆਸਰਾ ਤੇਰੇ ਨਾਮ ਦਾ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦ ਕਰ, ਵੀ ਤੇਰਾ ਨਾਮ ਹੀ ਸਾਡੇ ਵਾਸਤੇ ਆਸਰਾ ਹੈ। ਤੇ ਜਦੋਂ ਫਿਰ ਅਸੀਂ ਇਹ ਨਾਮ ਨੂੰ ਆਪਣਾ ਆਧਾਰ ਬਣਾ ਲਾਂਗੇ ਤੇ ਫਿਰ ਸਾਨੂੰ ਇਹ ਜਿਹੜੀ ਮੋਹਣੀ ਮਾਇਆ ਹੈ ਇਹ ਸਾਡੇ ਮਨ ਨੂੰ ਮੋਹ ਨਹੀਂ ਸਕਦੀ। ਮਾਰੇ ਤਾਈਓ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਤੇਰਾ ਜਿਹੜਾ ਨਾਮ ਉਹ ਸਾਡੇ ਵਾਸਤੇ ਟੋਹਣੀ, ਜਿਵੇਂ ਅੰਨਾ ਜੀਵ ਹੁੰਦਾ ਉਹਦੇ ਹੱਥ 'ਚ ਉਹ ਟੋਹਣੀ ਹੁੰਦੀ, ਵੀ ਖੂੰਡੀ ਕਹਿ ਲਓ, ਸੋਟੀ ਕਹਿ ਲਓ, ਡੰਗੋਰੀ। ਹੁਣ ਇਸੇ ਤਰ੍ਹਾਂ ਹੀ ਉਹ ਕਹਿੰਦੇ ਵੀ ਜਦੋਂ ਅਸੀਂ ਨਾਮ ਦੀ ਟੇਕ ਲੈਂਦੇ ਆਸਰਾ, ਫਿਰ ਸਾਨੂੰ ਇਹ ਮਾਇਆ ਜਿਹੜੀ ਇਹ ਮੋਹ ਨਹੀਂ ਸਕਦੀ। ਵਾਈਓ ਮਹਾਰਾਜ ਕਹਿੰਦੇ ਹਰ ਨਾਮ ਲਕੁਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹੇ ਮੋਹਣੀ। ਵੀ ਸਾਡੇ ਵਾਸਤੇ ਹਰੀ ਦਾ ਜਿਹੜਾ ਨਾਮ ਵੀ ਉਹ ਸਾਡੇ ਵਾਸਤੇ ਡੰਗੋਰੀ, ਵੀ ਜਦੋਂ ਉਹਦਾ ਆਸਰਾ ਲੈ ਕੇ ਚੱਲਾਂਗੇ ਫਿਰ ਇਹ ਮਾਇਆ ਸਾਡੇ ਮਨ ਨੂੰ ਮੋਹ ਨਹੀਂ ਸਕਦੀ। ਸੋ ਐਸੀ ਅਵਸਥਾ ਦੇ ਵਿੱਚ ਫਿਰ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ, ਗੁਰਸਿੱਖਾਂ ਨੇ ਸਾਰਾ ਕੁਛ ਉਹਨਾਂ ਨੇ ਨਾਮ ਨੂੰ ਹੀ ਆਪਣਾ ਬਣਾ ਲਿਆ। ਤੇ ਜਿਨ੍ਹਾਂ ਨੂੰ ਫਿਰ ਨਾਮ ਦੀ ਦਾਤ ਪ੍ਰਾਪਤ ਹੋ ਗਈ ਉਹਨਾਂ ਦੇ ਮਨ ਨੂੰ ਸਬਰ ਆ ਗਿਆ, ਸੰਤੋਖ ਆ ਗਿਆ, ਉਹਨਾਂ ਦੀ ਤ੍ਰਿਪਤੀ ਹੋ ਗਈ। ਫਿਰ ਉਹ ਆਸ਼ਾ ਵਿਲਾਸਾ ਦੇ ਵਿੱਚ ਨਹੀਂ ਭੱਜਦਾ ਮਨ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਸਮਝਾਉਂਦੇ, ਨਾਮ ਰਤਨ ਜਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਧਾਨ। ਸੰਤੋਖ ਆਇਆ ਬਈ ਮਨ ਨੂੰ ਸੀ ਜਿਹੜਾ ਉਹ ਸਬਰ ਆ ਗਿਆ, ਸੰਤੋਖ ਆ ਗਿਆ। ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਮੰਗਣ ਕਾਹੀ ਜਾਏ। ਫਿਰ ਮਨ ਕੀ ਤੋਂ ਮੰਗੇ, ਕੀ ਮੰਗੇ, ਕਿਉਂਕਿ ਉਹਨੂੰ ਸਬਰ ਆ ਗਿਆ, ਸੰਤੋਖ ਆ ਗਿਆ, ਉਹਦੀ ਤ੍ਰਿਪਤੀ ਹੋ ਗਈ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਨਾਮ ਤੋਂ ਬਿਨਾਂ ਸਾਡੇ ਮਨ ਨੂੰ ਜਿਹੜਾ ਸਬਰ ਸੰਤੋਖ ਉਹ ਆ ਨਹੀਂ ਸਕਦਾ। ਇਹਦੀ ਜਿਹੜੀ ਤ੍ਰਿਸ਼ਨਾ ਹੈ ਬੁਝਦੀ ਨਹੀਂ ਨਾਮ ਤੋਂ ਬਿਨਾਂ। ਹੜੇ ਤ੍ਰਿਸ਼ਨਾ ਸਾਨੂੰ ਉਦੋਂ ਲੱਗਦੀ ਜਦੋਂ ਸਾਡੀ ਨਾਮ ਦੇ ਨਾਲੋਂ ਲਿਵ ਟੁੱਟਦੀ। ਮਹਾਰਾਜ ਫਰਮਾਉਂਦੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਵੀ ਸਾਡੀ ਲਿਵ ਟੁੱਟ ਗਈ ਤੇ ਤ੍ਰਿਸ਼ਨਾ ਲੱਗ ਗਈ। ਹੌੜੇ ਤ੍ਰਿਸ਼ਨਾ ਲੱਗੀ ਸਾਡੇ ਨੇਤਰਾਂ ਨੂੰ, ਆਕਾਰਾਂ ਨੂੰ, ਸੰਸਾਰ ਨੂੰ, ਮਾਇਆ ਨੂੰ ਦੇਖਣ ਦੀ। ਦੇਖ ਦੇਖ ਕੇ ਇਹ ਅੱਖਾਂ ਸਾਡੇ ਨੇਤਰ ਰੱਜਦੇ ਨੇ, ਇਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ, ਇਹਨਾਂ ਨੂੰ ਸਬਰ ਨਹੀਂ ਆਉਂਦਾ, ਸੰਤੋਖ ਨਹੀਂ ਆਉਂਦਾ। ਤ੍ਰਿਸ਼ਨਾ ਲੱਗੀ ਹੋਣ ਕਰਕੇ ਸਾਡੇ ਕੰਨਾਂ ਨੂੰ ਸਬਰ ਸੰਤੋਖ ਨਹੀਂ ਆਉਂਦਾ। ਸੰਸਾਰ ਦਾ ਜੀਵ ਜਿੰਨਾ ਮਰਜ਼ੀ ਸੁਣੀ ਜਾਵੇ, ਸੰਸਾਰ ਦੀਆਂ ਗੱਲਾਂ ਬਾਤਾਂ ਸੁਣੀ ਜਾਵੇ, ਸੰਸਾਰ ਦਾ ਗਾਉਣ ਵਜਾਉਣ ਸੁਣੀ ਜਾਵੇ, ਉਹਦੀ ਤ੍ਰਿਸ਼ਨਾ ਨਹੀਂ ਮੁੱਕਦੀ, ਖਤਮ ਨਹੀਂ ਹੁੰਦੀ, ਹੋਰ ਅੱਗੇ ਦੀ ਅੱਗੇ ਵੱਧਦੀ ਜਾਂਦੀ। ਫਿਰ ਇਹ ਜਿਹੜੀ ਸਾਡੀ ਰਸਨਾ ਇਹਦੀ ਤ੍ਰਿਸ਼ਨਾ ਨਹੀਂ ਬੁਝਦੀ। ਮਹਾਰਾਜ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਤ੍ਰਿਸ਼ਨਾ ਬੁਝਣੀ ਨਾਮ ਦੁਆਰ। ਫਰਮਾਉਂਦੇ ਨੇ, ਤ੍ਰਿਸ਼ਨਾ ਬੁਝੇ ਹਰ ਕੇ ਨਾਮ। ਵੀ ਤ੍ਰਿਸ਼ਨਾ ਨਾਮ ਦੁਆਰਾ ਬੁਝਦੀ, ਉੱਦਾਂ ਬੁਝਦੀ ਨਹੀਂ। ਨਾ ਜੀਵ ਦੇ ਇਹ ਨੇਤਰਾਂ ਦੀ ਤ੍ਰਿਸ਼ਨਾ ਬੁਝੇ, ਨਾ ਕੰਨਾਂ ਦੀ ਬੁਝੇ, ਨਾ ਰਸਨਾ ਦੀ ਬੁਝੇ। ਇਹਨੂੰ ਹੀ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਹ ਭੁੱਖਾ ਜੀਵੇ, ਜਿਹੜਾ ਇਹ ਭੁੱਖਾ, ਇਹਦੀ ਤ੍ਰਿਸ਼ਨਾ ਜਿਹੜੀ ਉਹ ਮੁੱਕਦੀ ਨਹੀਂ। ਹਾੜੇ ਭੁੱਖਾ ਕਿਵੇਂ ਰੱਜੇ ਤੇ ਕਿਵੇਂ ਇਹਦੀ ਤ੍ਰਿਪਤੀ ਹੋਵੇ। ਜੇ ਸਤਿਗੁਰੂ ਕਹਿੰਦੇ ਵੀ ਇਹ ਪਰਮਾਤਮਾ ਦੇ ਗੁਣ ਗਾਵੇ, ਉਹਦਾ ਸਿਮਰਨ ਕਰੇ, ਸਿਮਰਨ ਕਰਕੇ ਨਾਮ ਦੇ ਨਾਲ ਜੁੜੇ ਤੇ ਮਾਲਕ ਦੇ ਗੁਣ ਗਾ ਗਾ ਕੇ ਉਹਦੇ ਵਿੱਚ ਸਮਾਵੇ ਤੇ ਭੁੱਖਾ ਫਿਰ ਰੱਜੇ।
ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਆਖਣ ਆਖ ਨਾ ਰੱਜੇ, ਸੁਣ ਨਾ ਰੱਜੇ ਕੰਨ, ਆਖੀਂ ਵੇਖ ਨਾ ਰੱਜੀਆਂ, ਗੁਣ ਗਾਹਕ ਇੱਕ ਬੰਨ, ਭੁੱਖਿਆਂ ਭੁੱਖ ਨਾ ਉਤਰੇ, ਗੱਲੀਂ ਭੁੱਖ ਨਾ ਜਾਈ। ਨਾਨਕ ਭੁੱਖਾ ਤਾਂ ਰੱਜੇ, ਜੇ ਗੁਣ ਕੇ ਗੁਣੀ ਸਮਾਏ। ਬਈ ਇਹ ਜੀਵ ਦੀ ਤ੍ਰਿਸ਼ਨਾ ਮੁੱਕਦੀ ਨਹੀਂ ਜਦ ਤੱਕ ਉਹ ਨਾਮ ਦੇ ਨਾਲ ਨਹੀਂ ਜੁੜਦਾ, ਜਦ ਤੱਕ ਉਹ ਗੁਰੂ ਦੀ ਮੱਤ ਨਹੀਂ ਲੈਂਦਾ। ਹੌੜੇ ਜੀਵ ਨੂੰ ਤ੍ਰਿਸ਼ਨਾ ਦਾ ਰੋਗ ਲੱਗਿਆ, ਹਉਮੈ ਦਾ ਰੋਗ ਲੱਗਿਆ, ਇਹ ਆਸ਼ਾ ਵਿਲਾਸ਼ਾ ਦੇ ਵਿੱਚ ਚੱਲਦਾ, ਇਹਦੇ ਵਿੱਚ ਇਹ ਮਨ ਰੋਗੀ ਹੋਇਆ ਹੋਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਰੋਗ ਜਿਹੜਾ ਹੀ ਮਨ ਨੂੰ ਲੱਗੇ, ਇਹ ਰੋਗਾਂ ਦਾ ਖੰਡਨ ਫੇਰ ਹੋਣਾ ਜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜੇਗਾ ਤਾਂ, ਨਹੀਂ ਤਾਂ ਇਹਦੇ ਰੋਗ ਖਤਮ ਨਹੀਂ ਹੁੰਦੇ। ਸਤਿਗੁਰੂ ਤਾਈਓ ਨਾਮ ਦੀ ਮਹਿਮਾ ਕਰਦੇ ਹੋਏ ਫਰਮਾਉਂਦੇ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਵੀ ਦੁੱਖਾਂ ਨੂੰ ਖਤਮ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ, ਉਹਦਾ ਇਹ ਦੁੱਖ ਖਤਮ ਨਹੀਂ ਹੁੰਦੇ ਜੀਵ ਦੇ। ਜ਼ਰੂਰੀ ਨਹੀਂ ਵੀ ਅਸੀਂ ਤਨ ਕਰਕੇ ਸਾਨੂੰ ਰੋਗ ਨੇ, ਤਨ ਦੇ ਵਿੱਚ ਤਾਂ ਰੋਗ ਬਾਅਦ 'ਚੋਂ ਆਉਂਦਾ, ਪਹਿਲਾਂ ਸਾਡਾ ਮਨ ਰੋਗੀ ਹੁੰਦਾ। ਜੀਵ ਮਾਨਸਿਕ ਤੌਰ 'ਤੇ ਰੋਗੀ ਨੇ, ਤਨ ਕਰਕੇ ਰੋਗੀ ਨਹੀਂ। ਮਨ ਨੇ ਜਿਹੜੇ ਮਨ ਉਹਨਾਂ ਦੇ ਰੋਗੀ ਹੋਏ ਹੋਏ। ਮਨ ਚਾਹੇ ਬੱਚਾ ਹੈ, ਚਾਹੇ ਜਵਾਨ ਹੈ, ਚਾਹੇ ਬਿਰਧ ਹੈ, ਸਭ ਦਾ ਮਨ ਰੋਗੀ ਹੋ ਗਿਆ। ਮਾਰੇ ਦਾਈਆਂ ਫਰਮਾਉਂਦੇ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਈ ਜਿਹਨੂੰ ਵੀ ਦੇਖਦੇ ਹਾਂ ਉਹ ਇਹਨੂੰ ਹੀ ਰੋਗ ਲੱਗਿਆ ਹੋਇਆ। ਇੱਕ ਰੋਗ ਤਾਂ ਐਸਾ ਹੈ ਵੀ ਜਿਹੜਾ ਸਾਰੇ ਜਗਤ ਨੂੰ ਹੀ ਲੱਗਿਆ ਹੋਇਆ, ਸਾਰੀ ਲਕਾਈ ਨੂੰ ਹੀ ਲੱਗਿਆ ਹੋਇਆ। ਉਹ ਰੋਗ ਹੈ ਹੇਤ। ਹੇਤ ਕਹਿੰਦੇ ਮੋਹ ਨੂੰ। ਜਿਹੜਾ ਮੋਹ ਪਰਿਵਾਰ ਦਾ, ਬੱਚਿਆਂ ਦਾ, ਉਹ ਪਸ਼ੂ ਪੰਛੀਆਂ ਨੂੰ ਵੀ, ਸਾਰਿਆਂ ਨੂੰ ਇਹ ਰੋਗ ਲੱਗਿਆ ਹੋਇਆ। ਮਹਾਰਾਜ ਦਾਈਆਂ ਫਰਮਾਉਂਦੇ, ਹੇਤ ਰੋਗ ਕਾ ਸਗਲ ਸੰਸਾਰ। ਵੀ ਇਹ ਜਿਹੜਾ ਹੇਤ ਹੈ ਰੋਗ ਮੋਹ, ਇਹਦਾ ਸਾਰਾ ਸੰਸਾਰ ਰੋਗੀ ਹੈ। ਹੁਣ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਰੋਗ ਸਾਡੇ ਜਾਣੇ ਨਾਮ ਦੁਆਰਾ ਉੱਦਾਂ ਹੀ ਰੋਗ ਜਾਂਦੇ ਨੇ, ਖਤਮ ਨਹੀਂ ਹੁੰਦੇ, ਮੁੱਕਦੇ ਨਹੀਂ ਹੈ। ਸੋ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜਿਹੜੇ ਹੁਣ ਸਾਡੇ ਮਨ ਨੂੰ ਰੋਗ ਲੱਗੇ, ਇਹਨਾਂ ਰੋਗਾਂ ਦਾ ਦਾਰੂ ਹੈ ਜਿਹੜਾ ਉਹ ਨਾਮ ਹੈ। ਸਰਬ ਰੋਗ ਕਾ ਔਖਦ ਨਾਮ। ਵੀ ਸਾਰਿਆਂ ਰੋਗਾਂ ਦਾ ਜਿਹੜਾ ਔਖਦ ਦਾਰੂ ਉਹ ਨਾਮ ਹੈ। ਹੁਣ ਜੇ ਅਸੀਂ ਉਹ ਨਾਮ ਦਾਰੂ ਲਵਾਂਗੇ ਤੇ ਫਿਰ ਇਹ ਰੋਗ ਠੀਕ ਹੋਣਗੇ, ਜੇ ਦਾਰੂ ਨਹੀਂ ਲਵਾਂਗੇ ਤੇ ਰੋਗ ਠੀਕ ਨਹੀਂ ਹੋਣੇ। ਫਿਰ ਇਹ ਰੋਗ ਦਿਨ ਬਰ ਦਿਨ ਹੋਰ ਵੱਧਦੇ ਜਾਣੇ, ਜਿਉਂ-ਜਿਉਂ ਰੋਗ ਪੁਰਾਣਾ ਹੁੰਦਾ ਜਾਂਦਾ ਹੋਰ ਵੱਧਦਾ ਜਾਂਦਾ। ਆਈਆਂ ਹੁਣ ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਜਿਉਂ-ਜਿਉਂ ਜੀਵ ਦੀ ਉਮਰ ਵੱਧਦੀ, ਵਡੇਪਾ ਆਉਂਦਾ, ਉਹਦੇ ਰੋਗ ਵੀ ਵੱਧਦੇ ਜਾਂਦੇ। ਪਹਿਲਾਂ ਉਹ ਸਰੀਰ ਕਰਕੇ ਇੰਨਾ ਰੋਗੀ ਨਹੀਂ ਹੁੰਦਾ। ਬੱਚਾ ਹੈ, ਜਵਾਨ ਹੈ, ਉਹਨੂੰ ਨਹੀਂ ਰੋਗ। ਜਦੋਂ ਵਡੇਪਾ ਆ ਜਾਂਦਾ, ਉਮਰ ਵੱਧ ਗਈ ਤੇ ਉਹ ਰੋਗ ਲੱਗ ਜਾਂਦੇ, ਕੋਈ ਨਾ ਕੋਈ ਰੋਗ ਚੁੰਬੜੇ ਹੀ ਰਹਿੰਦਾ। ਹੁਣ ਇਸੇ ਤਰ੍ਹਾਂ ਹੀ ਸਾਡੇ ਮਨ ਦੇ ਰੋਗ ਨੇ। ਜਿਉਂ-ਜਿਉਂ ਜੀਵਨ ਨਹੀਂ ਸਤਸੰਗਤ ਕਰਦਾ, ਉਹਦੀ ਉਮਰ ਵੱਧਦੀ ਤੇ ਉਹਦੇ ਰੋਗ ਵੀ ਵੱਧਦੇ ਜਾਂਦੇ। ਮਨ ਕਰਕੇ ਉਹ ਹੋਰ ਰੋਗੀ ਹੁੰਦਾ ਜਾਂਦਾ। ਤਾਂ ਕਰਕੇ ਫਿਰ ਮਹਾਰਾਜ ਸਮਝਾਉਂਦੇ ਵੀ ਰੋਗ ਪਹਿਲਾਂ ਸਾਡੇ ਮਨ ਨੂੰ ਲੱਗਦਾ, ਫਿਰ ਰੋਗ ਬਾਅਦ ਦੇ ਵਿੱਚ ਤਨ ਵਿੱਚ ਪ੍ਰਵੇਸ਼ ਹੁੰਦਾ। ਜਿਵੇਂ ਬੱਚਾ ਹੈ, ਬੱਚੇ ਦੇ ਸਰੀਰ ਨੂੰ ਕੋਈ ਰੋਗ ਨਹੀਂ, ਜਾਂ ਜਵਾਨ ਹੈ ਉਹਦੇ ਸਰੀਰ ਨੂੰ ਕੋਈ ਰੋਗ ਨਹੀਂ, ਪਰ ਉਹਦਾ ਮਨ ਰੋਗੀ ਹੋਇਆ ਹੋਇਆ, ਤਾਂ ਕਰਕੇ ਫਿਰ ਉਹਦੇ ਬਾਅਦ 'ਚੋਂ ਸਰੀਰ ਨੂੰ ਰੋਗ ਲੱਗੂ। ਪਹਿਲਾਂ ਰੋਗ ਮਨ ਨੂੰ ਲੱਗਦਾ, ਫਿਰ ਇਹ ਤਨ ਦੇ ਵਿੱਚ ਪ੍ਰਵੇਸ਼ ਹੁੰਦਾ, ਸਰੀਰ ਦੇ ਵਿੱਚ ਪ੍ਰਵੇਸ਼ ਹੁੰਦਾ। ਹੌੜੇ ਮਨ ਨੂੰ ਕਾਹਤੋਂ ਰੋਗ ਲੱਗਦੇ? ਕਿਉਂਕਿ ਪਰਮਾਤਮਾ ਨੂੰ ਭੁੱਲ ਜਾਂਦਾ, ਨਾਮ ਨੂੰ ਭੁੱਲ ਜਾਂਦਾ। ਇੱਧਰ ਆ ਕੇ ਮਾਇਆ ਦੇ ਰਸਾਂ ਖਸਾਂ ਦੇ ਵਿੱਚ ਪੈ ਜਾਂਦਾ ਹੈ।
ਤੇ ਫਿਰ ਇਹਨੂੰ ਰੋਗ ਲੱਗਦੇ, ਤੇ ਫਿਰ ਰੋਗ ਵੀ ਐਸੇ ਲੱਗਦੇ ਜਿਹਦਾ ਇਹ ਸੰਸਾਰ ਦੇ ਵੈਦ ਇਹਦਾ ਕੋਈ ਦਾਰੂ ਨਹੀਂ ਦੇ ਸਕਦੇ, ਇਹਦਾ ਕੋਈ ਇਲਾਜ ਨਹੀਂ ਕਰ ਸਕਦੇ। ਮੰਦ ਮਹਾਰਾਜ ਤਾਈਓ ਸਾਨੂੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਈ। ਬਈ ਮਨ ਨੂੰ ਜਿਹੜੀ ਸਜ਼ਾ ਮਿਲਦੀ, ਤੇ ਇਸ ਕਰਕੇ ਫਿਰ ਇਹਨੂੰ ਤਨ ਨੂੰ ਰੋਗ ਲੱਗ ਜਾਂਦੇ ਸੀ। ਪਹਿਲਾਂ ਮਨ ਨੂੰ ਲੱਗਦੇ, ਫਿਰ ਇਹ ਤਨ ਨੂੰ ਲੱਗ ਜਾਂਦੇ। ਹੁਣ ਤਨ ਨੂੰ ਰੋਗ ਜਦੋਂ ਲੱਗਦਾ, ਜੇ ਅਸੀਂ ਫਿਰ ਵੀ ਨਾਮ ਦੇ ਨਾਲ ਜੁੜ ਜਾਈਏ, ਮਾਲਕ ਨੂੰ ਚੇਤੇ ਕਰੀਏ, ਫਿਰ ਇਹ ਰੋਗ ਹੀ ਸਾਡੇ ਵਾਸਤੇ ਦਾਰੂ ਬਣ ਜਾਂਦੇ। ਦੁੱਖ ਦਾਰੂ, ਸੁੱਖ ਰੋਗ ਪਿਆ। ਜਿਹੜਾ ਦਾ ਦੁੱਖ ਉਹ ਤਾਂ ਦਾਰੂ, ਜਿਹੜਾ ਸਾਨੂੰ ਪਰਮਾਤਮਾ ਨਾਲ ਜੋੜ ਦੇਵੇ, ਜਿਹੜਾ ਸਾਨੂੰ ਨਾਮ ਦੇ ਨਾਲ ਜੋੜ ਦੇਵੇ। ਜਿਹੜਾ ਸੁੱਖ ਸਾਨੂੰ ਮਾਲਕ ਨੂੰ ਹੀ ਭੁਲਾ ਦਿੰਦਾ ਹੈ, ਜਿਹੜਾ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦਾ, ਉਹਨੂੰ ਫਿਰ ਗੁਰਬਾਣੀ ਗੁਰੂ ਵਿੱਚ ਉਹਨੂੰ ਸੁੱਖ ਨਹੀਂ, ਉਹਨੂੰ ਰੋਗ ਕਹਿ ਦਿੱਤਾ ਵੀ ਉਹਦਾ ਰੋਗ ਹੈ, ਜਿਹਨੇ ਸਾਨੂੰ ਪਰਮਾਤਮਾ ਨੇ ਭੁਲਾ ਛੱਡੇ। ਇਸ ਵਾਸਤੇ ਫਿਰ ਸਮਝਾਉਂਦੇ ਵੀ ਸੰਸਾਰ ਦੇ ਵਿੱਚ ਜਿਹੜਾ ਮਨ ਹੈ ਉਹ ਰੋਗੀ। ਹੁਣ ਰੋਗੀ ਹੋਣ ਕਰਕੇ ਤਾਈਓ ਇਹ ਇੱਕ ਥਾਂ 'ਤੇ ਟਿਕਦਾ ਨਹੀਂ, ਬਹਿੰਦਾ ਨਹੀਂ, ਇਹਨੂੰ ਸ਼ਾਂਤੀ ਨਹੀਂ ਆਉਂਦੀ, ਇਹਨੂੰ ਸੁੱਖ ਨਹੀਂ ਮਿਲਦਾ, ਇਹਨੂੰ ਚੈਨ ਨਹੀਂ ਆਉਂਦਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਪੱਕਾ ਰੋਗੀ ਹੁੰਦਾ। ਜਿਵੇਂ ਰੋਗ ਜੀਵ ਨੂੰ ਲੱਗ ਜਾਂਦਾ, ਵੀ ਕੋੜੀ ਹੋ ਜਾਂਦਾ, ਉਹਨੂੰ ਕੋੜ ਲੱਗ ਜਾਂਦਾ। ਹੁਣ ਜਿਹਨੂੰ ਕੋੜ ਚੱਲ ਜਾਵੇ ਉਹਨੂੰ ਚੈਨ ਨਹੀਂ ਆਉਂਦਾ, ਉਹਨੂੰ ਸ਼ਾਂਤੀ ਨਹੀਂ ਆਉਂਦੀ। ਹੁਣ ਇਸੇ ਤਰ੍ਹਾਂ ਹੀ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਵਿਸਰ ਗਿਆ, ਮਹਾਰਾਜ ਕਹਿੰਦੇ ਵੀ ਉਹ ਕੋੜੀ ਹੋ ਗਈ, ਅਤੇ ਉਹ ਫਿਰ ਕੋੜੀ ਹੋਣ ਕਰਕੇ ਉਹ ਫਿਰ ਦਿਨ ਰਾਤ ਬਿਲਕਦੇ। ਫਰਮਾਉਂਦੇ ਨੇ, ਜੈ ਤਨ ਬਾਣੀ ਵਿਸਰ ਜਾਏ, ਦਿਓ ਪੱਕਾ ਰੋਗੀ ਬਿਲ ਲਾਏ। ਬਈ ਜਿਹਨੂੰ ਉਹ ਬਾਣੀ ਵਿਸਰ ਗਈ, ਅਨਹਦ ਮਾਲਕ ਦੀ ਆਵਾਜ਼, ਨਾਮ, ਉਹ ਫਿਰ ਵਿਲਕਦਾ, ਕਿਉਂਕਿ ਉਹ ਰੋਗੀ ਹੋ ਗਏ। ਬਿਨ ਨਾਮੇ ਮਨ ਤਨ ਹੈ ਕੁਸ਼ਟੀ, ਵਿੱਚ ਨਰਕੇ ਵਾਸਾ ਪਾਈਂਦਾ। ਬਈ ਨਾਮ ਤੋਂ ਬਿਨਾਂ ਇਹਨੂੰ ਕੁਸ਼ਟ ਰੋਗ ਚੱਲ ਜਾਂਦਾ, ਮਨ ਨੂੰ ਇੱਕ ਕੋੜੀ ਹੋ ਜਾਂਦਾ। ਇਹਦਾ ਵਾਸਾ ਕਿੱਥੇ ਹੋ ਜਾਂਦਾ? ਕੋੜੀ ਦਾ, ਫਿਰ ਨਰਕਾਂ ਦੇ ਵਿੱਚ। ਸੋ ਇਸ ਵਾਸਤੇ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਜੇ ਮਨ ਕੋੜੀ ਵੀ ਹੋ ਚੁੱਕੀ ਹੈ, ਇਹਦਾ ਕੋੜ ਵੀ ਠੀਕ ਹੋ ਸਕਦਾ ਜੇ ਨਾਮ ਦੇ ਨਾਲ ਜੁੜ ਜਿੱਤ। ਜਿਵੇਂ ਅੱਗੇ ਆਪਾਂ ਕਈ ਵਾਰ ਵਿਚਾਰ ਕੀਤੀ ਵੀ ਉਹ ਸਾਖੀ ਆਪਾਂ ਸੁਣਦੇ ਵੀ ਰਾਜਾ ਸੀ ਪੱਟੀ ਦਾ, ਦੁਨੀ ਚੰਦ, ਉਹਦੀਆਂ 7 ਲੜਕੀਆਂ ਸੀ, ਅਤੇ ਸਭ ਤੋਂ ਜਿਹੜੀ ਛੋਟੀ ਸੀ ਉਹ ਇੱਕ ਦਿਨ ਪੁੱਛਣ ਲੱਗਿਆ ਵੀ ਤੁਸੀਂ ਕਿਹਨੂੰ ਮੰਨਦੀਆਂ ਅਤੇ ਕਿਹਦਾ ਦਿੱਤਾ ਖਾਂਦੀ? ਹੁਣ ਉਹ ਛੋਟੀ ਸਭ ਨੂੰ ਉਹਨੇ ਆਖਿਆ ਵੀ ਮਾਲਕ ਹੀ ਦੇਣ ਵਾਲਾ ਸਭ ਨੂੰ, ਪਰਮਾਤਮਾ, ਵੀ ਉਹਦਾ ਹੀ ਦਿੱਤਾ ਜੀਵ ਖਾਂਦਾ ਹੈ, ਉਹੀ ਉਹ ਸਭ ਦੀ ਪਾਲਣਾ ਪੋਸ਼ਣਾ ਕਰਦਾ। ਉਹਨੇ ਕੀ ਕੀਤਾ? ਉਹਨੇ ਫਿਰ ਦੇਖਿਆ, ਕਿਉਂਕਿ ਅੰਦਰ ਹਉਮੈ ਸੀ, ਹੰਕਾਰ ਸੀ ਵੀ ਮੈਂ ਦੇਖਦਾ ਤੈਨੂੰ ਕਿਵੇਂ ਪਾਲਦਾ। ਉਹਨੇ ਜਿਹੜਾ ਜੀਵ ਨਸ਼ੇੜੀ ਸੀ, ਵੀ ਕੰਮ ਕਾਰ ਕੋਈ ਕਰਦਾ ਨਹੀਂ ਸੀ, ਨਸ਼ਾ ਕਰ ਲੈਂਦਾ ਸੀ, ਉਹਨੂੰ ਕਹਿ ਦਿੰਦੇ ਸੀ ਵੀ ਕੋੜੀ। ਵੀ ਜਿਵੇਂ ਹੁਣ ਵੀ ਕਈ ਕਹਿ ਦਿੰਦੇ ਵੀ ਜੀਵੇ ਤਾਂ ਵੀ ਜਮਾ ਹੀ ਕੋੜੀ ਹੈ ਬੰਦਾ। ਹੁਣ ਉਹਦੇ ਨਾਲ ਉਹਦਾ ਵਿਆਹ ਕਰ ਦਿੱਤਾ। ਫਿਰ ਉਹ ਬੀਬੀ ਸਤੋਗੁਣੀ ਸੀ, ਉਹ ਜੰਗਲਾਂ ਜਾਇਆ ਕਰੇ, ਲੱਕੜਾਂ ਕੱਟ ਕੇ, ਕੁਝ ਵੇਚ ਕੇ ਲਿਆ ਕੇ ਆਟਾ ਉਹਨੂੰ ਨਾਲੇ ਆਪ ਛਕੇ ਨਾਲੇ ਉਹਨੂੰ ਛਕਾਵੇ। ਫਿਰ ਉਹਨੂੰ ਸਤ ਸੰਗਤ ਮਿਲੀ। ਸਤ ਸੰਗਤ ਜਦੋਂ ਮਿਲੀ ਅਤੇ ਉਹਨੇ ਆਪ ਸਿਮਰਨ ਕਰਨਾ ਸ਼ੁਰੂ ਕੀਤਾ, ਅਤੇ ਫਿਰ ਉਹਦਾ ਜਿਹੜਾ ਪਤੀ ਸੀ ਉਹਨੂੰ ਵੀ ਲੈ ਗਈ। ਜਦੋਂ ਉਹ ਫਿਰ ਸੰਗਤ ਦੇ ਵਿੱਚ ਗਿਆ, ਉਹਦਾ ਜਿਹੜਾ ਫਿਰ ਕੋੜ ਸੀ
ਕੋੜ ਇਹ ਨਹੀਂ ਸੀ ਵੀ ਉਹਦੇ ਸਰੀਰ ਨੂੰ ਕੋੜ ਲੱਗਿਆ ਹੋਇਆ ਸੀ, ਉਹਦਾ ਮਨ ਕੋੜੀ ਸੀ। ਮਨ ਜਿਹੜਾ ਕੋੜੀ ਸੀ, ਮਨਮੁਖ ਨਾਸਤਕ ਹੋਇਆ ਸੀ, ਉਹ ਸਤ ਸੰਗਤ ਕਰਨ ਦੇ ਨਾਲ ਗੁਰਮੁਖ ਬਣ ਗਿਆ। ਸਿਮਰਨ ਅਭਿਆਸ ਉਹਨੇ ਕਰਨਾ ਸ਼ੁਰੂ ਕਰ ਦਿੱਤਾ, ਸੰਗਤ ਕਰਨੀ ਸ਼ੁਰੂ ਕਰ ਦਿੱਤੀ। ਫਿਰ ਮਹਾਰਾਜ ਨੇ ਉਹਨਾਂ ਨੂੰ ਪ੍ਰਚਾਰਕ ਬਣਾ ਦਿੱਤਾ। ਫਿਰ ਜਦੋਂ ਪ੍ਰਚਾਰ ਕਰਨ ਲੱਗੇ, ਸੱਚ ਤੇ ਨਾਮ ਦਾ ਭੇਦ ਦੇਣ ਲੱਗੇ ਜੀਵਨ ਨੂੰ, ਫਿਰ ਉਹਨਾਂ ਦੀ ਸੰਗਤ ਦੇ ਵਿੱਚ ਆ ਕੇ ਉਹ ਰਾਜਾ ਜਿਹੜਾ ਦੁਨੀ ਚੰਦ ਸੀ, ਫਿਰ ਉਹ ਵੀ ਬੈਠੇ। ਫਿਰ ਉਹਨਾਂ ਦੀ ਵਿਚਾਰਧਾਰਾ ਸੁਣ ਕੇ ਫਿਰ ਉਹ ਵੀ ਮਾਲਕ ਦੇ ਨਾਲ ਜੁੜ ਗਏ। ਜਾਣੀ ਦੀ ਇੰਨੀ ਵਡਿਆਈ ਮਹਾਰਾਜ ਸਤ ਸੰਗਤ ਨੂੰ ਦਿੰਦੇ ਬਈ ਜਿਹਦੇ ਵਿੱਚ ਆ ਕੇ ਸਾਡਾ ਮਨ ਚਾਹੇ ਕੋੜੀ ਵੀ ਹੋ ਗਿਆ, ਚਾਹੇ ਕਾਲਾ ਹੋ ਗਿਆ, ਕਾਂ ਦੀ ਨਿਆਈ ਹੋ ਗਈ, ਬਈ ਉਹ ਕਾਲਾ ਕਾਂ ਹੋਇਆ ਮਨ ਵੀ ਹੰਸ ਬਣ ਜਾਂਦਾ, ਇਹ ਪਰਮ ਹੰਸ ਬਣ ਜਾਂਦਾ, ਇਹ ਮਨਮੁਖ ਤੋਂ ਗੁਰਮੁਖ ਬਣ ਜਾਂਦਾ। ਇਸ ਲਈ ਮਹਾਰਾਜ ਇਹ ਸਤ ਸੰਗਤ ਦੀ ਵਡਿਆਈ ਦੱਸਦੇ। ਸਤ ਸੰਗਤ ਨੂੰ ਸਤਸਰ ਕਹਿੰਦੇ, ਸਰੋਵਰ, ਜਿਹਦੇ ਵਿੱਚ ਇਸ਼ਨਾਨ ਕਰਕੇ ਮਹਾਰਾਜ ਕਹਿੰਦੇ ਕਾਂ ਹੋਇਆ ਮਨ, ਕਾਲਾ ਸ਼ਾਹ ਹੋਇਆ ਉਹ ਹੰਸ ਹੋ ਜਾਂਦਾ। ਫਰਮਾਉਂਦੇ ਨੇ, ਅੰਮ੍ਰਿਤ ਸਰ ਸਤਿਗੁਰੂ ਸਤਿਵਾਦੀ, ਜਿਤ ਨਾਤੇ ਕਊਆ ਹੰਸ ਹੋਵੇ। ਵੀ ਜਿੱਥੇ ਇਸ਼ਨਾਨ ਕਰਨ ਦੇ ਨਾਲ ਕਾਂ, ਜਿਵੇਂ ਆਪਾਂ ਉਹ ਅੱਗੇ ਦੇਖਦੇ ਹੁੰਦੇ ਸੀ ਵੀ ਬਣਾਏ ਹੋਏ ਉਹ ਇਸ਼ਤਿਹਾਰ ਪੋਸਟਰ ਬਣੇ ਹੁੰਦੇ ਸੀ ਕੈਲੰਡਰ, ਵੀ ਕਾਲੇ ਕਾਂ ਉਹ ਛਪੜੀ 'ਚ ਵੜਦੇ ਤੇ ਚਿੱਟੇ ਉਹ ਨਿਕਲੀ ਜਾਂਦੇ। ਉਹਦਾ ਸਿਰਫ ਸਮਝਾਉਣ ਵਾਸਤੇ ਆਪਾਂ ਨੂੰ ਵੀ ਸਾਡਾ ਮਨ ਜਿਹੜਾ ਉਹ ਕਾਲਾ ਕਾਂ ਹੋ ਜਾਂਦਾ। ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਉਹ ਕਾਂ ਤੋਂ ਹੰਸ ਬਣ ਜਾਂਦਾ, ਉਜਲ ਹੋ ਜਾਂਦਾ, ਨਿਰਮਲ ਹੋ ਜਾਂਦਾ। ਹੁਣ ਤਾਂ ਕਰਕੇ ਮਹਾਰਾਜ ਕਹਿੰਦੇ ਵੀ ਜਿਹੜੇ ਮਨ ਸਾਡੇ ਰੋਗੀ ਹੋ ਗਏ, ਉਹ ਰੋਗੀ ਮਨਾਂ ਦਾ ਜਿਹੜਾ ਦਾਰੂ ਹੈ ਉਹ ਨਾਮ ਹੈ। ਜੇ ਅਸੀਂ ਨਾਮ ਦੇ ਨਾਲ ਜੁੜਾਂਗੇ ਤਾਂ ਸਾਡੇ ਰੋਗ ਠੀਕ ਹੋਣਗੇ, ਨਹੀਂ ਤਾਂ ਰੋਗ ਠੀਕ ਹੋ ਨਹੀਂ ਸਕਦੇ। ਮਨਮੁਖ ਹੈ ਜਿਹੜਾ, ਉਹ ਤਾਂ ਰੋਗੀ ਜੰਮਦਾ ਅਤੇ ਰੋਗੀ ਹੀ ਮਰ ਜਾਂਦਾ, ਉਹਦਾ ਰੋਗ ਮੁੱਕਦਾ ਹੀ ਨਹੀਂ, ਰੋਗ ਖਤਮ ਹੀ ਨਹੀਂ ਹੁੰਦਾ, ਕਿਉਂਕਿ ਉਹ ਦਾਰੂ ਲੈਂਦਾ ਹੀ ਨਹੀਂ ਨਾਮ, ਤੇ ਇਸ ਕਰਕੇ ਉਹਦਾ ਰੋਗ ਨਹੀਂ ਠੀਕ ਹੁੰਦਾ। ਮਹਾਰਾਜ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਹੁਣ ਤੁਹਾਨੂੰ ਸਾਡੇ ਨੂੰ ਕੋਈ ਰੋਗ ਲੱਗਦਾ, ਅਸੀਂ ਡਾਕਟਰਾਂ ਕੋਲ ਜਾਂਦੇ, ਹੁਣ ਮਨ ਦਾ ਨਾ ਜੀਵ ਨੂੰ ਭੇਦ ਹੋਣ ਕਰਕੇ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਮਨ ਨੂੰ ਰੋਗ ਲੱਗਿਆ, ਬਈ ਮਨ ਨੂੰ ਰੋਗ ਲੱਗਿਆ ਹੋਣ ਕਰਕੇ ਤਾਈਓ ਤਾਂ ਮਨ ਤਪਦਾ ਪਿਆ, ਤਾਈਓ ਤਾਂ ਇਹ ਆਸ਼ਾ ਵਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ, ਦੁਰਮਤ ਦੀ ਅਗਨ ਦੇ ਵਿੱਚ, ਵੈਰ ਵਿਰੋਧ ਦੇ ਵਿੱਚ ਇਹ ਸੜਦਾ ਪਿਆ, ਜਲਦਾ ਪਿਆ, ਤਾਈਓ ਤਾਂ ਸੰਸਾਰ ਦੇ ਵਿੱਚ ਸੁੱਖ ਨਹੀਂ ਹੈ, ਸ਼ਾਂਤੀ ਨਹੀਂ। ਸਾਡੇ ਮਨਾਂ 'ਚ ਕਲੇਸ਼, ਸਾਡੇ ਤਨ 'ਚ ਕਲੇਸ਼, ਸਾਡੇ ਪਰਿਵਾਰਾਂ ਦੇ ਵਿੱਚ ਕਲੇਸ਼, ਫਿਰ ਸਮਾਜ ਦੇ ਵਿੱਚ ਕਲੇਸ਼। ਇਹ ਸਾਰਾ ਕਲੇਸ਼ ਦਾ ਕਾਰਨ ਗੁਰੂ ਨਾਨਕ ਦਾ ਘਰ ਸਾਨੂੰ ਇਹੋ ਦੱਸਦਾ ਵੀ ਅਸੀਂ ਜੋ ਗੁਰੂ ਸਾਹਿਬ ਤੋਂ ਭੇਦ ਲੈਣਾ ਸੀ, ਅਸੀਂ ਉਹ ਭੇਦ ਲਿਆ ਨਹੀਂ। ਜੋ ਅਸੀਂ ਗੁਰੂ ਘਰ ਆ ਕੇ ਸੋਝੀ ਲੈਣੀ ਸੀ, ਜੋ ਗੁਰੂ ਨਾਨਕ ਦੇ ਘਰ ਤੋਂ ਸਾਨੂੰ ਦਾਤ ਮਿਲਣੀ ਸੀ, ਉਹ ਦਾਤ ਅਸੀਂ ਲਈ ਨਹੀਂ, ਉਹਦਾ ਅਸੀਂ ਭੇਤ ਹੀ ਨਹੀਂ ਲਿਆ। ਜੋ ਮਹਾਰਾਜ ਸਾਨੂੰ ਸਮਝਾਉਂਦੇ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਕੀ ਹੈ, ਫਰਮਾਉਂਦੇ ਨੇ, ਨਾਨਕ ਕੇ ਘਰ ਕੇਵਲ ਨਾਮ। ਮਹਾਰਾਜ ਕਹਿੰਦੇ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ ਹੈ, ਜਿਹੜਾ ਨਾਮ ਸਾਡੇ ਸਾਰਿਆਂ ਰੋਗਾਂ ਦਾ ਦਾਰੂ ਹੈ, ਅਤੇ ਉਹ ਸਾਨੂੰ ਦਾਤ ਗੁਰੂ ਨਾਨਕ ਦੇ ਘਰ 'ਚੋਂ ਮਿਲ ਸੀ। ਹੁਣ ਉਹ ਦਾਤ ਅਸੀਂ ਗੁਰੂ ਘਰ ਆ ਕੇ ਸਤਸੰਗਤ 'ਚ ਆ ਕੇ ਲੈਣੀ ਸੀ, ਜੇ ਅਸੀਂ ਉਹ ਦਾਤ ਹੀ ਨਹੀਂ ਲਈ, ਨਾ ਦਾਤ ਲੈਣ ਕਰਕੇ, ਨਾ ਸੋਝੀ ਲੈਣ ਕਰਕੇ, ਤਾਂ ਸਾਡੇ ਮਨ ਕਲਪਦੇ ਨੇ, ਤਾਂ ਸਾਡੇ ਮਨ ਦੁਖੀ ਨੇ, ਅਸ਼ਾਂਤ ਨੇ। ਮਹਾਰਾਜ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ, ਉਹਨੂੰ ਤਾਂ ਇਹ ਵੀ ਨਹੀਂ ਪਤਾ ਬਈ ਮੈਂ ਗੁਰੂ ਘਰ ਲੈਣ ਕੀ ਆਉਣਾ, ਕਾਹਦੇ ਵਾਸਤੇ ਮੈਂ ਗੁਰਦੁਆਰੇ ਜਾਣਾ, ਅਤੇ ਉੱਥੇ ਜਾ ਕੇ ਮੈਂ ਮੰਗਣਾ ਕੀ ਹੈ, ਨਾ ਸਾਨੂੰ ਮੰਗਣ ਦਾ ਪਤਾ। ਅਸੀਂ ਮੰਗਦੇ ਹਾਂ ਉਹ ਵਸਤੂਆਂ ਸੰਸਾਰ ਦੀਆਂ ਤਨ ਵਾਸਤੇ, ਜਿਹੜਾ ਕਿ ਤਨ ਵੀ ਮਿਥਿਆ ਨਾਸਵਾਨ ਨੇ,
ਤੇ ਜੋ ਅਸੀਂ ਮੰਗਦੇ ਹਾਂ ਉਹ ਵੀ ਸਾਰਾ ਕੁਛ ਨਾਸਵਾਨ। ਸਰੀਰ ਦੀਆਂ ਸੁੱਖ ਸਹੂਲਤਾਂ, ਸਰੀਰ ਦੀ ਤੰਦਰੁਸਤੀ, ਹੌਲੇ ਸਰੀਰ ਦੀ ਕਿੰਨੀ ਕੁ ਅਸੀਂ ਤੰਦਰੁਸਤੀ ਮੰਗਾਂਗੇ ਤੇ ਕਿੰਨਾ ਕੁ ਤੰਦਰੁਸਤ ਰਹੇਗਾ। ਇਹਨੇ ਤਾਂ ਇੱਕ ਦਿਨ ਖਤਮ ਹੋਣਾ ਹੀ ਹੋਣਾ, ਇਹਨੇ ਤਾਂ ਇੱਕ ਦਿਨ ਬਿਨਸਣਾ ਹੀ ਬਿਨਸਣਾ, ਇਹਨੇ ਤਾਂ ਇੱਕ ਦਿਨ ਜਾਣਾ ਹੀ ਜਾਣਾ। ਇਹ ਸਰੀਰ ਹੈ ਜਿਹੜਾ ਇਹ ਨਾਸਵਾਨ ਹੈ, ਇਹਨੇ ਖਤਮ ਹੋਣਾ ਹੀ ਹੋਣਾ। ਮਹਾਰਾਜ ਤਾਈਓ ਕਹਿੰਦੇ ਵੀ ਇਹ ਤਾਂ ਤਨ ਜਾਊਗਾ ਹੀ ਜਾਊਗਾ, ਵੀ ਹੁਣ ਅਸੀਂ ਕਿਹੜੇ ਮਾਰਗ 'ਤੇ ਚੱਲੀਏ ਤਾਂ ਕਿ ਸੰਸਾਰ ਦੇ ਵਿੱਚ ਆਉਣਾ ਸਾਡਾ ਸਫਲ ਹੋ ਜੇ, ਸਾਡੇ ਮਨ ਨੂੰ ਸੁੱਖ ਹੋਵੇ, ਸਾਡੇ ਮਨ ਨੂੰ ਸ਼ਾਂਤੀ ਹੋਵੇ। ਫਿਰ ਸਾਨੂੰ ਸਮਝਾਉਂਦੇ ਵੀ ਤੁਸੀਂ ਸਾਧ ਸੰਗਤ ਕਰੋ ਤੇ ਮਾਲਕ ਦੇ ਗੁਣ ਗਾਵੋ ਜੇ ਜੀਵਨ ਦਾ ਲਾਹਾ ਖੱਟਣਾ। ਮਾਰੇ ਫਰਮਾਉਂਦੇ ਕਬੀਰ ਇਹੋ ਤਨ ਜਾਏਗਾ ਕਬਣੇ ਮਾਰਗ ਲਾਈ, ਕਰ ਸੰਗਤ ਸਾਧ ਕੀ ਕਹਿ ਹਰ ਕੇ ਗੁਣ ਗਾਏ। ਵੀ ਇਹ ਤਾਂ ਤਨ ਜਾਣਾ ਹੀ ਜਾਣਾ, ਇਹ ਤਾਂ ਖਤਮ ਹੋਣਾ ਹੀ ਹੋਣਾ। ਜਿਵੇਂ ਉਹ ਕਹਿੰਦੇ ਵੀ ਬੇੜਾ ਹੈ ਤੇ ਉਹ ਬੇੜਾ ਸੀ ਜਿਹੜਾ ਉਹਨੂੰ ਜੰਗਾਲ ਲੱਗ ਗਿਆ, ਜਰਾ ਆ ਗਿਆ ਤੇ ਉਹਦੇ ਵਿੱਚ ਹਜ਼ਾਰਾਂ ਛੀਕ ਹੋ ਗਈ। ਹੁਣ ਉਹ ਬੇੜਾ ਜਿਹੜਾ ਉਹਨੇ ਤਾਂ ਡੁੱਬਣਾ ਹੀ ਡੁੱਬਣਾ, ਜਦੋਂ ਹਜ਼ਾਰਾਂ ਹੀ ਛੀਕ ਹੋ ਜਾਣ ਤੇ ਉਹਨੇ ਡੁੱਬਣਾ ਹੀ ਡੁੱਬਣਾ, ਪੁਰਾਣਾ ਹੋ ਗਿਆ, ਜਰਾ ਆ ਗਿਆ। ਹੁਣ ਜਦੋਂ ਡੁੱਬੇਗਾ ਤੇ ਤਰੇਗਾ ਕੌਣ? ਕਹਿੰਦੇ ਜਿਹੜੇ ਤਾਂ ਹਲਕੇ ਸੀ, ਜਿਨ੍ਹਾਂ ਦੇ ਤਾਂ ਉੱਤੇ ਭਾਰ ਨਹੀਂ ਸੀ ਉਹ ਤਾਂ ਤਰ ਗਏ, ਜਿਹੜੇ ਭਾਰੀ ਸੀ ਉਹ ਡੁੱਬ ਜਾਂਦੇ। ਹੁਣ ਭਾਰ ਕੀ ਹੈ? ਭਾਰ ਹੈ ਆਪਣੀ ਮੱਤ ਦਾ, ਵਿਚਾਰਾਂ ਦਾ। ਜਿਹਦਾ ਸਾਡਾ ਮਨ ਵਿਚਾਰਾਂ 'ਚ, ਵਿਚਾਰਾਂ ਦਾ ਇੰਨਾ ਭਾਰ ਹੈ ਅਸੀਂ ਡੁੱਬ ਜਾਂਗੇ। ਜੇ ਹੁਣ ਸਾਡਾ ਮਨ ਵਿਚਾਰਾਂ ਤੋਂ ਰਹਿ ਤੇ ਅਸੀਂ ਨਾਮ ਦੇ ਨਾਲ ਜੁੜੇ ਹਾਂ ਤੇ ਅਸੀਂ ਹਲਕੇ ਹਾਂ, ਹੌਲੇ ਹਾਂ ਤੇ ਅਸੀਂ ਤਰ ਜਾਂਗੇ। ਮਹਾਰਾਜ ਤਾਈਓ ਫਰਮਾਉਂਦੇ ਕਬੀਰ ਵੇਰਾ ਜਰਜਰ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਰ ਗਏ ਡੂਬੇ ਜਿਨ ਸਿਰ ਭਾਰ। ਜਿਨ੍ਹਾਂ ਨੇ ਤਾਂ ਸਿਰ ਦੇ ਉੱਤੇ ਭਾਰ ਚੁੱਕਿਆ ਹੋਇਆ ਸੀ, ਨਿੰਦਿਆ ਕਰ ਕਰਕੇ, ਵੈਰ ਵਿਰੋਧ ਕਰ ਕਰਕੇ, ਉਹ ਭਾਰੇ ਡੁੱਬ ਗਏ। ਜਿਹੜੇ ਹਲਕੇ ਸੀ ਉਹ ਤਰ ਗਏ। ਹੁਣ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਅਸੀਂ ਦੁਖੀ ਤਾਂ ਕਿਉਂਕਿ ਸਾਡੇ ਸਿਰ ਦੇ ਉੱਤੇ ਭਾਰ ਚੁੱਕਿਆ ਹੋਇਆ ਸੀ। ਭਾਰ ਵੀ ਅਗਿਆਨਤਾ ਵੱਸ ਹੋ ਕੇ ਅਸੀਂ ਨਜਾਇਜ਼ ਹੀ ਚੁੱਕੀ ਫਿਰਦੇ ਹਾਂ। ਭਾਰ ਹੁਣ ਮਨਮੁਖ ਕਿਵੇਂ ਚੁੱਕਦਾ? ਮਹਾਰਾਜ ਕਹਿੰਦੇ ਵੀ ਦੂਸਰੇ ਦੀ ਨਿੰਦਿਆ ਕਰ ਕਰਕੇ, ਹੋਰਾਂ ਦੇ ਨਾਲ ਵੈਰ ਵਿਰੋਧ ਕਰ ਕਰਕੇ, ਬੁਰਾਈ ਕਰ ਕਰਕੇ ਅਸੀਂ ਦੂਸਰਿਆਂ ਦਾ ਭਾਰ ਆਪਦੇ ਸਿਰ 'ਤੇ ਰੱਖ ਲੈਂਦੇ। ਅਸੀਂ ਦੂਸਰਿਆਂ ਦਾ ਭਾਰ ਚੁੱਕ ਚੁੱਕ ਕੇ ਸੁੱਟੀ ਜਾਂਦੇ, ਜਿਹੜਾ ਅੰਤ ਸਮੇਂ ਸਾਨੂੰ ਸਾਰਾ ਚੁੱਕਣਾ ਪੈਂਦਾ। ਉਹ ਇਕੱਠਾ ਬਹੁਤ ਹੋ ਜਾਂਦਾ, ਥੋੜ੍ਹਾ ਥੋੜ੍ਹਾ ਵੀ ਕਰੀ ਜਾਵੇ ਜੀਵ ਤੇ ਅੰਤ ਸਮੇਂ ਬਹੁਤ ਜ਼ਿਆਦਾ ਇਕੱਠਾ ਹੋ ਜਾਂਦਾ। ਹੁਣ ਇਸ ਕਰਕੇ ਮਹਾਰਾਜ ਕਹਿੰਦੇ ਵੀ ਇੱਕ ਤਾਂ ਹੁੰਦਾ ਵੀ ਜਿਵੇਂ ਸੰਸਾਰ 'ਚ ਦੇਖਦੇ ਹਾਂ ਆਪਾਂ, ਕੁਲੀ ਹੁੰਦੇ ਵੀ ਉਹ ਪੈਸੇ ਲੈ ਕੇ ਭਾਰ ਚੁੱਕ ਕੇ ਸੁੱਟਦੇ ਦੂਸਰੇ 'ਤੇ। ਜਿਹੜਾ ਮਨਮੁਖ ਹੈ ਮਹਾਰਾਜ ਕਹਿੰਦੇ ਵੀ ਉਹ ਆਤਮਘਾਤੀ ਹੈ, ਕਸਾਈ ਬਣਿਆ ਹੋਇਆ। ਉਹ ਆਪਣੀ ਮੌਤ ਆਪ ਹੀ ਸਹੇੜਦਾ ਤੇ ਆਤਮ ਹੱਤਿਆ ਕਰਦਾ। ਨਿੰਦਾ ਕਰ ਕਰਕੇ ਉਹ ਭਾਰ ਚੁੱਕ ਚੁੱਕ ਕੇ ਦੂਸਰਿਆਂ ਦਾ ਸੁੱਟੀ ਜਾਂਦਾ ਤੇ ਜਿਹੜਾ ਫਿਰ ਉਹਨੂੰ ਡੋਬ ਲੈਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਸਤਿਗੁਰੂ ਕਹਿੰਦੇ ਮਨਮੁਖ ਅੰਧੇ ਸੁਧ ਨਾ ਕਾਈ, ਆਤਮਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾਵਣੀ। ਨਿੰਦਾ ਜਿਹੜੀ ਹੈ ਇੰਨੀ ਮਾੜੀ ਹੈ। ਸਤਿਗੁਰੂ ਕਹਿੰਦੇ ਹੋਰ ਰੋਗਾਂ ਦਾ ਦਾਰੂ ਹੈਗਾ, ਜਿਹੜਾ ਨਿੰਦਕ ਹੈ ਉਹਦਾ ਕੋਈ ਦਾਰੂ ਨਹੀਂ। ਇੰਨਾ ਭਿਆਨਕ ਰੋਗ ਹੈ ਜਿਹਦੀ ਨਾ ਸੋਝੀ ਹੋਣ ਕਰਕੇ ਘਰ ਘਰ ਜੀਵਾਂ ਨੂੰ ਲੱਗਾ ਹੋਏ। ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਨੂੰ ਇਹ ਰੋਗ ਚੁੰਬੜਿਆ ਹੋਇਆ ਨਿੰਦਿਆ ਦਾ। ਫਿਰ ਇਹ ਰੋਗ ਵੀ ਐਸਾ ਨਿੰਦਿਆ ਦਾ ਵੀ ਇਹ ਸੂਤ ਦੀ ਬਿਮਾਰੀ ਹੈ। ਜਦੋਂ ਇੱਕ ਦੇ ਕੋਲ ਦੂਜਾ ਬੈਠੇਗਾ ਨਾਲ ਉਹਨੂੰ ਵੀ ਚੁੰਬੜ ਜਾਣਾ। ਇੱਕ ਜੀਵ ਨਿੰਦਿਆ ਕਰਦਾ, ਉਹ ਦੂਸਰਾ ਸੁਣਦਾ ਤੇ ਨਾਲ ਉਹਨੂੰ ਵੀ ਬਿਮਾਰੀ ਲੱਗ ਜਾਂਦੀ। ਮਹਾਰਾਜ ਇਸ ਲਈ ਸਮਝਾਉਂਦੇ ਵੀ ਇਹ ਜਿਹੜਾ ਰੋਗ ਐਸਾ ਹੈ ਵੀ ਜਿਹਦਾ ਕੋਈ ਦਾਰੂ ਨਹੀਂ, ਵੀ ਤੁਸੀਂ ਇਹ ਤੋਂ ਬਚ ਕੇ ਰਹਿਣਾ। ਮਹਾਰਾਜ ਕਹਿੰਦੇ ਔਖਦ ਸਭੇ ਕੀਤੀਆਂ ਨਿੰਦ ਕਾ ਦਾਰੂ ਨਾ ਹੈ।
देखो गुरु साहब भी कहते भी इन्नी भयानक बीमारी है भी जिहदा कोई दारू ही नहीं। और जिमें आप संसार च देखते कई बीमारियां ऐसियां भी जिहदा हजे तक इलाज नहीं निकले, तो जीव उस बीमारी तो बड़ा डरदा भी किते मैनू लग ना जाए, क्योंकि इहदा कोई दारू नहीं है, इहदा कोई इलाज नहीं, नामराद बीमारी है। और इस तरह ही गुरु साहब कहते भी तुसीं ये तो बचे हो के ते देखियो तुहानूं ये रोग ना लग जे निंदे ते जिहड़ा रोगी है इहदा ते वो तो भी बचा करना, देखियो किते तुहानूं ना नाल ला देवे, चमेड़ ना देवे नाल। और इस वास्ते फिर आपां नूं कहंदे भी ये सब तो भयानक बीमारी निंदिया करनी, ते जिहड़ा जीव रस लै लै के ना भेद होण करके बैठ बैठ के करती। संसार दे विच जीवां नूं होर कोई काम नहीं, उन्हां नूं सिर्फ ये दो ही काम आ। जदों दो चार जीव इकट्ठे हुंदे भी आओ बैठीए, बैठ के गल्लां बातां करिए, ढिड फरोलीए, और वो बैठ के करदे की ने जिहदे नाल महाराज कहंदे उन्हां दे विचार नहीं मिलदे, उन्हां दी ओह निंदिया करदी। जिहदे नाल विचार मिलदे उहदी उस्तत करदे, उहदी वडियाई करदे भी बड़ा चंगा, दूजे दे भी बड़ा माड़ा। और उन्होंने इहो काम है, तो उन्होंने ये नहीं पता भी ये दो ही काम सानू सज़ा दवाउंदी, ये दोवें ही करके साडा मुख काला होना, सानू इन्हां दोवां दी सज़ा मिलनी। क्योंकि जिहड़ी औसत असीं निरंकार दी करनी, परमात्मा दी जिन्हें सानू पैदा कीता, जिहड़ा साडी पालना पोषणा करदा। महाराज ताइयों फरमाउंदे ना औसत मन में कर निरंकार, कर मन मेरे सद बिहार, भी इदां दा बिहार क्यों नहीं बनाउंदा, भी तूं इदां दा सुभाਅ क्यों नहीं बनाउंदा भी औसत निरंकार दी वाहिगुरू दी हर समय कर। ते जिहड़ी निंदा वो किसी दी भली नहीं, वो असीं किसी दी करनी, कोई निंदा भली किसी की ना। हुण संसारी जी फिर की करदा, जां वो निंदिया करदा उहदे नाल भी मुख काला हुंदा, जां उस्तत करदा, उस्तत भी किहदी माया दी, शरीर दी, क्योंकि वो किहड़ा निरंकार वाहिगुरू दी उस्तत कर रही है। हुण महाराज ताइयों सानू समझाउंदे भी असीं ये दोवां नूं त्यागना, दोवां नूं छड्डना, औसत निंदा दो ते अगे खोजे पद निर्वाना। और जे आप ये दोवें ही छड्ड दांगे, औसत भी छड्ड दांगे, निंदिया भी छड्ड दांगे, तो अपने कोल होर कोई गल बचनी ही नहीं। संसारियां नूं तां यही काम है, जां निंदिया करो जां औसत करो, तो आप दोवें ही नहीं करते। तां करके फिर भगतां दा ते संसारियां दा आपस विच सुभाਅ नहीं मिलदा, तां करके उन्हां दा जोड़ नहीं आउंदा। संसारी ने बैठ के दोवें गल्लां करनियां, जां निंदिया करूँ जां उस्तत करूँ संसार दी माया दी, ते गुरमुखां ने भगतां ने दोवें ही नहीं करनी। उन्होंने जदों उस्तत करनी मालक दी करनी, ते निंदिया किसी दी करनी कोई नहीं। आ महाराज कहते भी भगतां दी जिहड़ी चाल वो संसार दे जीवां दे नालों वखरी हुंदी। वखरी की बई वो बहुता नहीं बोलते, क्योंकि वो संसार दियां बालियां इन्हां विचारां च पैंदे ही नहीं। महाराज ताइयों आपां नूं रोज़ फरमाउंदे, भगतां की चाल निराली, चालां निराली भगतां केरी, वेखम मार्ग चलना, लभ लोभ अहंकार तज तृष्णा, बहुत नाही बोलना। क्योंकि उन्हां दा जिहड़ा मार्ग खन्नेओ तिखी बालों निकी, ये तो मार्ग जानो भी ये जिहड़ा मार्ग जो सानू गुरबाणी गुरु विच सतगुरां ने दस्सिया भी ये इन्ना बरीक है। खंडे की धार तो तिखा ते बाल तो निक्का, बाल किन्ना क हुंदा वो तो भी बरीक। जिहड़े मार्ग दे उत्ते असीं जाना, जिहड़े रास्ते तो असीं चल के आपदे घर जाना, वो रास्ता इन्ना बरीक, इन्ना भीड़ा है, जिवें राई सरों का दाना उहदा 10वां हिस्सा तो वह भी सुंगड़िया होए। इन्ना बरीक रास्ता जिहड़ा अपने घर नूं जांदा। और जिहड़ा मन है वो विचारां दे विच महाराज कहंदे मैंगल हो गया, वो हाथी बन गया, उसदा आकार बड़ा वड्डा हो गया विचारां च। और हाथी बनया होया मन तो उत्थों दी किवें लंघेगा, वो तो लंघ ही नहीं सकदा।
महाराज ताइयों फरमाउंदे कबीर मुकत द्वारा शंकरा राई दसवें भाई मन तो मैंगल होए रहे निकसिओ क्यों कर जाए भी मन तो हाथी बन गया हुण उथों दी नंगे ते नंगे किवें नहीं लंघ सकते। फिर जे सानू ऐसे संत साधु जन मिल जाण जे सानू पूर्ण गुरमुख दा संग हो जे ते फिर वो साडा जिहड़ा रस्ता वो खोल दिंदे ते फिर सहज सुभाई साडा घर दे विच आउण जाण बन जांदा क्योंकि वो सानू रस्ता दस दिंदे। ਜਿਹੜੀਆਂ चीज़ां करके असीं मैंगल हाथी बने हुए सी वो सानू दस दिंदे फिर भी ये तुसीं निंदिया चुगली छड्डो ये तुसीं वैर विरोध छड्डो ईरखा छड्डो नफरत छड्डो फिर तुसीं उत्थों दी लंघ सकदे सारा कुछ छड्ड के। जे तुसीं दुविधा वैर विरोध ही रखी जाओगे तो तुसीं उत्थों दी लंघ नहीं सकदे। फिर तां करके वो सानू ज्ञान दे के सोझी दे के फिर वो सानू रस्ता दस के फिर सहज सुभाई साडा घर दे विच आउण जाण बन जांदा। महाराज इसलिए फरमाउंदे कबीर ऐसा सतगुर जी मिले तुठा करे पसाओ मुकत द्वारा मोकला सहजे आवो जाओ। भी जे सानू ऐसे गुरमुख संत साधु जन मिल जाण वो फिर सानू रस्ता दस के भेज दे के जदों असीं उन्हां दा वचन मन लैने फिर सहज सुभाई अपना घर दे विच आउण जाण बन जांदा। नहीं तो असीं घर जा नहीं सकते आपदे। सो तां करके फिर आपां नूं सच्चे पातशाह समझाउंदे भी ये वडियाई है साध संगत दी। साध संगत दी सत संगत नूं पारस दा नाम दित्ता ते साडा जिहड़ा मन है लोहा रूप हो जांदा बाहर रह के इहनूं जंगाल लग जांदा। जदों असीं सत्संग च आउणे आ पारस दे नाल लग के लोहा भी कंचन हो जांदा शुद्ध हो जांदा। साडी जिहड़ी मत पहलां मलीन हो चुकी हुंदी जिहड़ी असीं कमत लई हुंदी जो महाराज कहंदे ना मन रे कौन कमत तै लीनी परदारा निंदिया रस रचियो राम भगत नह कीनी। भी ये तू किदां दी पुट्ठी मत ले ली बई तू हर समय पराई निंदिया दुविधा वैर विरोध दे विच ही रचिया रहना तू परमात्मा की भगती करदा ही नहीं। उदों साडी एक मत हुंदी साडी भैड़ी मत हुंदी ते साडे मन नूं जंगाल लग्या हुंदा। जदों असीं सत्संग च आउणे आ फिर पारस दे नाल लग के साडा मन कंचन हो जांदा ते साडी जिहड़ी बुद्ध वो विवेक हो जांदी सानूं विवेक ज्ञान हो जांदा। महाराज इसलिए फरमाउंदे साध संगत मिल विवेक बुद्ध होई पारस परस लोहा कंचन सोई। भी साध संगत दे विच मिल के साडी बुद्ध विवेक हुंदी विवेक हुंदा भी सानूं विवेक ज्ञान हो जाण। बई साडा मन इधर विचारां तो दुविधा तो वैर विरोध तो उपर उठ जावे चौथे पद में चलिया जावे उदों कहंदे विवेकी ने। भी इन्हां नूं विवेक ज्ञान है इन्हां दी बुद्ध विवेक हो चुकी। जे परमात्मा नूं मिलाप की कोई गल पुछनी जे घर नूं जाण दा रस्ता पुछना फिर तुसीं इन्हां विवेकियां तो पुछ लो। महाराज कहंदे पुछो जाए विवेकियां भी उन्हां विवेकियां तो असीं पुछना भी असीं किवें घर जा सकदे वो फिर आपां नूं दसणगे भी की रस्ते च रुकावटां ने भी किवें साडी जिहड़ी मत सब तो वड्डी तो उहिओ विच रुकावट खड़ी है। जे असीं आपदी मत वरतांगे तो असीं नहीं जा सकदे घर। भी सानूं आपदी जिहड़ी मत सानूं आपदी जिहड़ी सियाणप है छड्डणी पैणी ते नाल ही फिर सानूं विवेकी समझाउंदे भी आपदी मत ही छड्डणी औखी है कठन है। महाराज फरमाउंदे मन की मत ते आगो हरजन इह बात कठैनी भी कठन गल है। हुण इहनूं छडाउण वास्ते आपदी मत नूं फिर आपां नूं सिमरन दसदे भी तुसीं सिमरन कर। जिहड़ा हुण आपां इह सिमरन अभ्यास करदे आ इह सिमरन आपां इस करके नहीं करदे भी संसार दीआं मंगां मंगण वास्ते जां असीं गुरबाणी पढ़दे आ सत संगत करदे इस करके नहीं करदे भी साडीआं संसार दीआं मंगां पूरीआं हो जाण जी।
ਇਹ ਸਿਮਰਨ ਅਭਿਆਸ ਅਸੀਂ ਤਾਂ ਕਰਦੇ ਹਾਂ, ਗੁਰਬਾਣੀ ਗੁਰੂ ਨੂੰ ਤਾਂ ਪੜ੍ਹਦੇ ਹਾਂ ਵੀ ਤਾਂ ਕਿ ਸਾਡੀ ਮੱਤ ਖਤਮ ਹੋ ਜਾਏ ਆਪਸੀ। ਅਸੀਂ ਜਿਹੜਾ ਸਿਆਣੇ ਬਣ ਚੁੱਕੇ, ਸਾਡੀ ਸਿਆਣਪ ਖਤਮ ਹੋ ਜਾਏ, ਤਾਂ ਕਰਕੇ ਸਾਰਾ ਕੁਛ ਕਰ ਰਹੇ ਹਾਂ। ਮਹਾਰਾਜ ਤਾਈਓਂ ਸਾਨੂੰ ਸਮਝਾਉਂਦੇ, ਆਂਦਨ ਹਰ ਹਰ ਨਾਮ ਤੇ ਆਵੋ, ਗੁਰ ਸਤਿਗੁਰ ਕੀ ਮੱਤ ਲੈਣੀ। ਹੁਣ ਇੱਥੇ ਆ ਕੇ ਫਿਰ ਰਸਤਾ ਬਦਲ ਜਾਂਦਾ ਆਪਣਾ। ਇੱਕ ਤਾਂ ਹੈ ਸੰਸਾਰ ਦੇ ਵਿੱਚ ਜੀਵ ਕਾਹਦੇ ਵਾਸਤੇ ਕਰਦਾ? ਸੰਸਾਰ ਦੀਆਂ ਮੰਗਾਂ ਮਨਾਉਣ ਵਾਸਤੇ। ਉਹ ਪਹਿਲਾਂ ਹੀ ਸੁਖਣਾ ਸੁੱਖ ਲੈਂਦਾ ਵੀ ਮੈਂ ਸੁਖਣਾ ਸੁਖੀ ਹੈ ਜੀ, ਮੇਰੀ ਆਹ ਮੰਗ ਪੂਰੀ ਹੋ ਜੀ, ਮੇਰੀ ਆਹ ਇੱਛਾ, ਮੇਰੀ ਆਹ ਇੱਛਾ ਪੂਰੀ ਹੋ ਜੀ। ਹੁਣ ਜੇ ਅਸੀਂ ਇੱਦਾਂ ਸੁਖਣਾ ਸੁੱਖਾਂਗੇ, ਮੰਗਾਂ ਮੰਗਾਂਗੇ, ਅਤੇ ਅਸੀਂ ਆਖੀਏ ਸਾਡੀ ਸਿਆਣਪ ਖਤਮ ਹੋ ਜੂ, ਅਤੇ ਫਿਰ ਕਿੱਥੋਂ ਸਿਆਣਪ ਖਤਮ ਹੋਣੀ? ਅਸੀਂ ਸੁਖੀ ਹੋ ਜਾਈਏ, ਫਿਰ ਅਸੀਂ ਸੁਖੀ ਨਹੀਂ ਹੋ ਸਕਦੇ, ਕਿਉਂਕਿ ਸਾਡੀ ਮੱਤ ਹੀ ਤਾਂ ਸਾਨੂੰ ਦੁੱਖਾਂ 'ਚ ਰੱਖਦੀ। ਅਤੇ ਅਸੀਂ ਉਹੀਓ ਆਪਦੀ ਮੱਤ ਵਰਤ ਕੇ ਅਸੀਂ ਹੋਰ ਦੁਖੀ ਹੋਈ ਜਾਂਦੇ ਹਾਂ। ਅਸੀਂ ਸੁਖਣਾ ਸੁੱਖ ਕੇ ਹੋਰ ਅਸੀਂ ਦੁੱਖ ਸਹੇੜੀ ਜਾਂਦੇ ਹਾਂ। ਜਦੋਂ ਇੱਛਾ ਸਾਡੀ ਨਹੀਂ ਪੂਰੀ ਹੁੰਦੀ, ਅਸੀਂ ਹੋਰ ਦੁਖੀ ਹੁੰਦੇ ਹਾਂ ਵੀ ਸੁਖਣਾ ਸੁਖੀ ਸੀ, ਪੂਰੀ ਤਾਂ ਹੋਈ ਨਹੀਂ ਜੀ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਜਿਹੜਾ ਅਸੀਂ ਕਰਨਾ ਵੀ ਗੁਰਬਾਣੀ ਗੁਰੂ ਨੂੰ ਪੜ੍ਹਨਾ, ਜਾਂ ਅਸੀਂ ਸਿਮਰਨ ਕਰਨਾ, ਜਾਂ ਸਤਸੰਗਤ ਕਰਨੀ ਹੈ, ਵੀ ਇਸ ਵਾਸਤੇ ਨਹੀਂ ਕਰਨੀ ਵੀ ਅਸੀਂ ਪਰਮਾਤਮਾ ਨੂੰ ਆਪਦੀ ਗੱਲ ਮਨਾਈਏ। ਹੁਣ ਅਰਦਾਸ ਦਾ ਮਤਲਬ ਕੀ ਹੁੰਦਾ? ਵੀ ਅਸੀਂ ਕੀ ਕਹਿ ਰਹੇ ਹਾਂ, ਅਸੀਂ ਵਿਚਾਰਦੇ ਨੇ। ਜਦੋਂ ਸਾਡਾ ਮਨ ਥੋੜ੍ਹਾ ਜਿਹਾ ਸਹਿਜ ਵਿੱਚ ਜਾਊ, ਅਸੀਂ ਵਿਚਾਰਾਂਗੇ, ਫਿਰ ਸਾਨੂੰ ਪਤਾ ਲੱਗਣਾ ਵੀ ਅਸੀਂ ਮੰਗ ਕੀ ਰਹੇ ਹਾਂ ਅਤੇ ਅਸੀਂ ਕਹਿ ਕੀ ਰਹੇ ਹਾਂ। ਵੀ ਅਸੀਂ ਸਲਾਹਾਂ ਕਿਹਨੂੰ ਦਿੰਦੇ? ਪਰਮਾਤਮਾ ਨੂੰ। ਵੀ ਉਹਨੂੰ ਪਤਾ ਨਹੀਂ ਵੀ ਉਹ ਕੋਈ ਅਜਾਣ ਹੈ, ਉਹ ਕੋਈ ਨਿਆਣਾ ਹੈ ਵੀ ਜਿਹੜਾ ਅਸੀਂ ਉਹਨੂੰ ਦੱਸਦੇ ਹਾਂ ਵੀ ਤੂੰ ਆਏਂ ਨਹੀਂ ਆਏਂ ਕਰ। ਹੁਣ ਆਪਾਂ ਨੂੰ ਫਿਰ ਇਸ ਵਾਸਤੇ ਸਮਝਾਉਂਦੇ ਵੀ ਉਹ ਤਾਂ ਬਿਨਾਂ ਬੋਲਿਆਂ ਤੋਂ ਹੀ ਸਭ ਕੁਝ ਜਾਣਦਾ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀਜੇ ਅਰਦਾਸ। ਵੀ ਉਹਦਾ ਅੰਤਰਜਾਮੀ, ਉਹ ਤਾਂ ਬਿਨਾਂ ਬੋਲਿਆਂ ਤੋਂ ਹੀ ਉਹਨੂੰ ਪਤਾ ਹੈ ਵੀ ਮੇਰੇ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਦੋਂ ਲੋੜ ਹੈ, ਅਤੇ ਉਹ ਸਮੇਂ ਮੁਤਾਬਕ ਬਿਨਾਂ ਮੰਗਿਆਂ ਤੋਂ ਹੀ ਸਾਨੂੰ ਦਿੱਤੀ ਜਾਂਦਾ। ਸਿਰਫ ਕੀ ਹੈ ਵੀ ਸਾਨੂੰ ਨਾ ਸੋਝੀ ਹੋਣ ਕਰਕੇ ਸਾਡੇ ਅੰਦਰ ਸਹਿਜ ਨਹੀਂ ਰਿਹਾ, ਸਾਨੂੰ ਸਬਰ ਨਹੀਂ ਹੈ, ਸੰਤੋਖ ਨਹੀਂ ਰਿਹਾ। ਮਨਮੁਖ ਹੈ ਜਿਹੜਾ, ਉਹ ਕਾਹਲਾ ਇੰਨਾ ਪੈਂਦਾ, ਉਹ ਕਹਿੰਦਾ ਵੀ ਛੇਤੀ ਹੋਵੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਕਰਕੇ ਕਹਿੰਦੇ ਵੀ ਜਦੋਂ ਅਸੀਂ ਫਿਰ ਇਹ ਕਾਹਲਾਪਨ ਸਾਡੇ ਅੰਦਰ ਆਉਂਦਾ, ਸਾਡੇ ਅੰਦਰ ਤੇਜ਼ੀ ਆਉਂਦੀ, ਅਤੇ ਉਹ ਸਾਡੀ ਆਪਣੀ ਮੱਤ ਹੈ। ਜਿਵੇਂ ਅੱਗੇ ਕਹਿੰਦੇ ਹੁੰਦੇ ਸੀ ਵੀ ਤੇਜ਼ੀ ਨਾ ਕਰੋ, ਵੀ ਕੋਈ ਵੀ ਕੰਮ ਕਰਨਾ ਵੀ ਕੰਧ ਦੀ ਸਲਾਹ ਲੈ ਲਓ। ਹੁਣ ਕੰਧ ਕੋਈ ਸਲਾਹ ਥੋੜ੍ਹੀ ਦਿੰਦੀ, ਨਾ ਕੰਧ ਬੋਲਦੀ। ਉਹ ਕਹਿਣ ਦਾ ਮਤਲਬ ਇਹ ਹੁੰਦਾ ਸੀ ਵੀ ਥੋੜ੍ਹਾ ਜਿਹਾ ਠਹਿਰਾਓ ਆ ਜੇ, ਵੀ ਸਹਿਜ ਆ ਜੇ, ਵੀ ਤਾਂ ਕਿ ਸੋਚਣ ਦਾ ਸਾਨੂੰ ਮੌਕਾ ਮਿਲ ਜੇ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਸਾਨੂੰ ਸਮਝਾਉਂਦੇ ਵੀ ਜਦੋਂ ਹੁਣ ਸਾਡਾ ਮਨ ਵਿਚਾਰਾਂ 'ਚ ਹੁੰਦਾ, ਸਾਨੂੰ ਇੰਨਾ ਵੀ ਸੋਚਣ ਦਾ ਮੌਕਾ ਨਹੀਂ ਮਿਲਦਾ ਵੀ ਅਸੀਂ ਮੰਗ ਕੀ ਰਹੇ ਹਾਂ ਜਾਂ ਅਸੀਂ ਕਹਿ ਕੀ ਰਹੇ ਹਾਂ। ਉਹ ਆਪ ਮਹਾਰਾ ਹੀ ਅਸੀਂ ਬੋਲੀ ਜਾਂਦੇ, ਸਾਨੂੰ ਇਹ ਵੀ ਨਹੀਂ ਪਤਾ ਵੀ ਬੋਲੀ ਕੀ ਜਾਂਦੇ। ਸੋ ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਥੋੜ੍ਹਾ ਜਿਹਾ ਠਹਿਰਾਓ ਵਿੱਚ ਆਓ, ਅਤੇ ਠਹਿਰਾਓ ਵਿੱਚ ਆਉਣ ਵਾਸਤੇ ਸਾਨੂੰ ਕਹਿੰਦੇ ਵੀ ਸਿਮਰਨ ਕਰ। ਜੇ ਅਸੀਂ ਹੁਣ ਸਿਮਰਨ ਕਰਾਂਗੇ, ਸਾਡੇ ਅੰਦਰ ਥੋੜ੍ਹਾ ਠਹਿਰਾਓ ਆਏਗਾ। ਜਦੋਂ ਠਹਿਰਾਓ ਆਏਗਾ, ਫਿਰ ਅਸੀਂ ਵਿਚਾਰਾਂਗੇ, ਫਿਰ ਅਸੀਂ ਸੋਚਾਂਗੇ ਵੀ ਅਸੀਂ ਮੰਗਾਂ ਮੰਗ ਕੇ ਵੀ ਕਿਹਨੂੰ ਅਸੀਂ ਦੱਸ ਰਹੇ ਹਾਂ, ਕਿਹਨੂੰ ਕਹਿ ਰਹੇ ਹਾਂ ਵੀ ਅਸੀਂ ਪਰਮਾਤਮਾ ਨੂੰ ਸਲਾਹ ਦਿੰਦੇ ਹਾਂ ਵੀ ਤੂੰ ਆਏਂ ਨਹੀਂ ਆਏਂ ਕਰ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਵੀ ਇਹੀ ਤਾਂ ਆਪਦੀ ਮੱਤ ਹੈ, ਜਿਹੜੀ ਆਪਦੀ ਸਿਆਣਪ ਹੈ, ਇਹੋ ਤਾਂ ਸਾਨੂੰ ਦੁੱਖਾਂ 'ਚ ਰੱਖਦੀ। ਵੀ ਇਹੀ ਤਾਂ ਅਸੀਂ ਛੱਡਣੀ, ਅਸੀਂ ਤਾਂ ਜੋ ਮਾਲਕ ਕਰਦਾ ਉਹਦੇ ਭਾਣੇ 'ਚ ਆਉਣਾ। ਵੀ ਅਸੀਂ ਪਰਮਾਤਮਾ ਦੀ ਮੰਨਣੀ, ਨਾ ਕਿ ਅਸੀਂ ਪਰਮਾਤਮਾ ਨੂੰ ਆਪਦੀ ਮਨਾਉਣੀ। ਜਿਵੇਂ ਹੁਣ ਸੰਸਾਰ 'ਚ ਆਪਾਂ ਦੇਖੀਏ ਵੀ ਬੱਚਾ, ਹੁਣ ਉਹ ਬੱਚੇ ਨੂੰ ਇੰਨੀ ਸੋਝੀ ਨਹੀਂ, ਉਹ ਬੱਚਾ ਜ਼ਿੱਦ ਕਰ ਕਰਕੇ ਮਾਂ ਪਿਓ ਤੋਂ ਆਪਦੀਆਂ ਹੀ ਮਨਾਈ ਜਾਵੇ, ਅਤੇ ਮਾਂ ਪਿਓ ਜੋ ਕਹਿਣ ਉਹ ਮੰਨੇ ਨਾ। ਅਤੇ ਫਿਰ ਆਪਾਂ ਉਹਨੂੰ ਕੀ ਆਖਾਂਗੇ
ਵੀ ਕਿੱਡਾ ਜਿੱਦੀ ਹੈ, ਵੀ ਆਪਦੀਆਂ ਮਨਾਈ ਜਾਂਦਾ, ਜੋ ਮਾਂ ਪਿਓ ਕਹਿੰਦੇ ਮਾਂ ਪਿਓ ਦੀ ਸੁਣਦਾ ਹੀ ਨਹੀਂ। ਔਰ ਇਸੇ ਤਰ੍ਹਾਂ ਹੀ ਫਿਰ ਸਾਡੇ ਮਨ ਦੀ ਹਾਲਤ ਵੀ ਅਸੀਂ ਆਪਦੀਆਂ ਮਨਾਈ ਜਾਂਦੇ ਹਾਂ, ਜੋ ਮਾਲਕ ਕਹਿ ਰਿਹਾ ਉਹਦੀ ਨਹੀਂ ਮੰਨਦੇ, ਵੀ ਮਾਲਕ ਸਾਨੂੰ ਕੀ ਕਹਿ ਰਹੇ ਆ, ਕੀ ਸਾਨੂੰ ਸਮਝਾਉਣਾ ਚਾਹੁੰਦੇ, ਜਾਂ ਗੁਰੂ ਸਾਹਿਬਾਨ ਸਾਨੂੰ ਕੀ ਕਹਿ ਰਹੇ, ਉਹਨਾਂ ਦੀ ਨਹੀਂ ਮੰਨਦੇ, ਆਪਦੀਆਂ ਮਨਾਉਣ 'ਤੇ ਲੱਗੇ ਹਾਂ ਵੀ ਸਾਡੀ ਆਹ ਇੱਛਾ, ਸਾਡੀ ਆਹ ਪੂਰੀ ਹੋ ਜੇ, ਸਾਡੀ ਆਹ ਮੰਗ ਹੈ, ਸਾਡੀ ਆਹ ਪੂਰੀ ਹੋ ਜੇ। ਮਹਾਰਾਜ ਇਸ ਵਾਸਤੇ ਫਿਰ ਸਮਝਾਉਂਦੇ ਵੀ ਇਹਨੂੰ ਛੱਡਣਾ ਆਪਦੀ ਮੱਤ ਨੂੰ, ਇਹੋ ਛੱਡਣੀ ਸਤਿਗੁਰੂ ਕਹਿੰਦੇ ਵੀ ਔਖੀ ਹੈ। ਮਨ ਕੀ ਮੱਤ ਤੇ ਆਗੋ ਹਰ ਜਨ ਇਹ ਬਾਤ ਕਠੈਨੀ, ਵੀ ਇਹ ਬਾਤ ਬੜੀ ਕਠਿਨ ਹੈ, ਕਿਉਂਕਿ ਆਪਦੀ ਮੱਤ ਛੱਡ ਦੇਣੀ, ਸਿਆਣਪ ਛੱਡ ਦੇਣੀ। ਹੁਣ ਇਹਨੂੰ ਛੱਡਣ ਵਾਸਤੇ ਫਿਰ ਇਹ ਸਿਮਰਨ ਕਹਿ ਰਹੇ ਵੀ ਤੁਸੀਂ ਸਿਮਰਨ ਕਰੋ, ਅਤੇ ਆਂਦਨ ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਇਹ ਸਾਡੀ ਸਿਆਣਪ ਖਤਮ ਹੋਣੀ, ਫਿਰ ਸਾਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆਉਣੀ, ਫਿਰ ਸਾਡੇ ਮਨ ਨੇ ਭਾਣੇ 'ਚ ਆਉਣਾ, ਫਿਰ ਇਹਨੇ ਹੁਕਮ 'ਚ ਆਉਣਾ। ਮਹਾਰਾਜ ਤਾਂ ਕਹਿੰਦੇ ਆਂਦਨ ਹਰ ਹਰ ਨਾਮ ਤੇ ਆਵੋ, ਗੁਰ ਸਤਿਗੁਰ ਕੀ ਮੱਤ ਲੈਣੀ। ਵੀ ਜੇ ਹੁਣ ਅਸੀਂ ਚਾਹੁੰਦੇ ਸਤਿਗੁਰ ਦੀ ਮੱਤ ਲੈਣੀ ਤਾਂ ਕਹਿੰਦੇ ਸਿਮਰਨ ਕਰੋ, ਪਹਿਲਾਂ ਆਪਦੀ ਮੱਤ ਨੂੰ ਛੱਡੋ। ਆਹ ਹੁਣ ਕਿਵੇਂ ਸਾਡੀ ਇਹ ਮੱਤ, ਸਾਡੀ ਸਿਆਣਪ ਜਿਹੜੀ ਖਤਮ ਹੋਣੀ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਾਸ ਗਿਰਾ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੀ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਆਪਾਂ ਇਹ ਨਿਰੰਤਰ ਸਿਮਰਨ ਕਰਦੇ ਹਾਂ ਫਿਰ ਆਪਣੀ ਜਿਹੜੀ ਮੱਤ ਸਾਡੀ ਸਿਆਣਪ ਖਤਮ ਹੁੰਦੀ, ਫਿਰ ਆਪਣਾ ਮਨ ਸਹਿਜ ਕਰ ਜਾਂਦਾ ਆਪਣੇ, ਤੇ ਫਿਰ ਸਾਨੂੰ ਨਾਮ ਦੀ ਜਿਹੜੀ ਦਾਤ ਉਹ ਪ੍ਰਾਪਤ ਹੁੰਦੀ। ਇਸ ਨਾਮ ਨੂੰ ਹੀ ਫਿਰ ਜੋ ਸਾਡੇ ਅੰਦਰ ਚੱਲਦਾ ਇਹਨੂੰ ਹੀ ਆਖਿਆ ਵੀ ਸਾਡੀ ਜਿਹੜੀ ਸਤਸੰਗਤ ਅਤ ਦੀ ਪਿਆਰੀ ਪਰਮਾਤਮਾ ਦਾ ਨਾਮ,
ਇਹ ਨਾਮ ਹੀ ਸਾਡੀ ਕੁੱਲ ਤੇ ਨਾਮ ਹੀ ਸਾਡਾ ਪਰਿਵਾਰ। ਮਹਾਰਾਜ ਫਰਮਾਉਂਦੇ, ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਹਰ ਨਾਮ ਕੁੱਲ, ਹਰ ਨਾਮ ਪਰਿਵਾਰ। ਵੀ ਸਾਡੀ ਕੁੱਲ ਵੀ ਨਾਮ, ਸਾਡਾ ਪਰਿਵਾਰ ਵੀ ਨਾਮ। ਸਾਡੀ ਜਿਹੜੀ ਸਤ ਸੰਗਤ ਜੋ ਅਤ ਦੀ ਪਿਆਰੀ, ਉਹ ਵੀ ਪਰਮਾਤਮਾ ਦਾ ਨਾਮ। ਔਰ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਨਾਮ ਤੱਕ ਪਹੁੰਚਣ ਵਾਸਤੇ, ਇਹ ਆਪਣੀ ਮੱਤ ਛੱਡਣ ਵਾਸਤੇ ਅਸੀਂ ਸਿਮਰਨ ਕਰਨਾ, ਤਾਂ ਕਿ ਆਪਦੀ ਮੱਤ ਛੱਡ ਕੇ ਅਸੀਂ ਨਾਮ ਤੱਕ ਪਹੁੰਚ ਸਕਦੇ, ਆਪਣੇ ਘਰ ਜਾ ਸਕਦੇ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਚੱਲਦੇ ਫਿਰਦੇ, ਕੰਮਕਾਰ ਕਰਦੇ। ਕੰਮਕਾਰ ਆਪਾਂ ਹੱਥਾਂ ਪੈਰਾਂ ਨਾਲ ਕਰਦੇ, ਮੁੱਖ ਦੁਆਰਾ ਨਾਲ ਨਾਲ ਸਿਮਰਨ ਕੀਤੀ ਜਾਣ। ਮਹਾਰਾਜ ਫਰਮਾਉਂਦੇ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ। ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਵੀ ਹੱਥਾਂ ਪੈਰਾਂ ਨਾਲ ਜੇ ਕਿਰਤ ਕਰਦੇ ਹੋ, ਕੰਮ ਕਰਦੇ ਹੋ, ਤੇ ਮੁੱਖ ਦੁਆਰਾ ਨਾਲ ਨਾਲ ਸਿਮਰਨ ਕਰੋ। ਆਪਣਾ ਚਿੱਤ ਜਿਹੜਾ ਉਹ ਪਰਮਾਤਮਾ ਨਾਲ ਜੋੜ ਕੇ ਰੱਖੋ। ਅਤੇ ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਸਹਿਜ ਦੇ ਨਾਲ ਵਿਚਾਰਨਾ, ਤਾਂ ਕਿ ਸਾਡਾ ਮਨ ਹੋਰ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਹਾਂ, ਸਾਰਾ ਗੁਰਬਾਣੀ ਗੁਰੂ ਦੁਆਰਾ ਦਿੱਤਾ ਆਪਾਂ ਨੂੰ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ, ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਇਹ ਮਨ ਨੂੰ ਆਪਾਂ ਗਿਆਨ ਦੀ ਮੱਤ ਦੇ ਕੇ ਇਹਨੂੰ ਘਰ ਲੈ ਚੱਲੀਏ ਸਹਿਜ ਦੇ ਵਿੱਚ। ਜੋ ਮਹਾਰਾਜ ਸਾਨੂੰ ਦੱਸਦੇ ਨੇ ਵੀ ਦੋ ਹੀ ਤਰੀਕੇ ਮਨ ਨੂੰ ਘਰ ਲਿਜਾਣ ਦੇ, ਇੱਕ ਸਿਮਰਨ ਤੇ ਨਾਲ ਨਾਲ ਗੁਰੂ ਦੀ ਮੱਤ ਗਿਆਨ। ਫਰਮਾਉਂਦੇ, ਮਨੂਆ ਕਿਉਂ ਘਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਇਹ ਮਨ ਨੂੰ ਗਿਆਨ ਦੀ ਮੱਤ, ਗੁਰੂ ਦੀ ਮੱਤ ਦੇ ਕੇ ਅਸੀਂ ਘਰ ਬਿਠਾ ਸਕਦੇ। ਤੇ ਘਰ ਤਾਈਓ ਬੈਠੇਗਾ ਜੇ ਹੁਣ ਗੁਰੂ ਦੀ ਮੱਤ ਇਹਨੂੰ ਦੇਵਾਂਗੇ। ਤੇ ਗੁਰੂ ਦੀ ਮੱਤ ਤਾਂ ਆਏਗੀ ਜੇ ਸਤ ਸੰਗਤ ਕਰਾਂਗੇ। ਸਤ ਸੰਗਤ ਦੇ ਵਿੱਚ ਸਾਨੂੰ ਗਿਆਨ ਦ੍ਰਿੜ ਹੁੰਦਾ। ਜਦੋਂ ਗਿਆਨ ਸਾਨੂੰ ਦ੍ਰਿੜ ਹੋਏਗਾ, ਸਾਡੇ ਹਿਰਦੇ 'ਚ ਵਸੇਗਾ, ਫਿਰ ਇਹ ਮਨ ਸਾਡਾ ਘਰ ਬੈਠੇਗਾ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸੰਗਤ ਕਰਨੀ ਹੁੰਦੀ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ